ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB ਟਰੱਕ ਰਿਪੇਅਰ, ਯੂਪਾ ਸਿਟੀ, ਸਰਟੀਫਾਈਡ ਕਿਊਮਿਨਸ, ਡੈਟਰੋਇਟ ਫ੍ਰੀਟਲਾਈਨਰ, ਵੈਸਟਰਨ ਸਟਾਰ, ਵੋਲਵੋ, ਕੈਟਰਪਿਲਰ ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੀਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਵਾਸ਼ਿੰਗਟਨ ਫਰੇਟ ਸਰਵਿਸ ਓਨਰ, ਆਪਰੇਟਰ ਤੇ ਡਰਾਈਵਰਸ ਨੂੰ ਹਾਇਰ ਕਰ ਰਹੀ ਹੈ ਜੀ। ਇਹ ਤੁਹਾਨੂੰ ਸੈਟਲ ਏਰੀਆ ਦੇ ਵਿੱਚ ਲੋਕਲ ਜੌਬ ਦਿੰਦੀ ਹੈ। ਜਿਹੜੇ ਟਰੱਕਰ ਵੀਰ ਦੂਰ ਦਰਾਡੇ ਨਹੀਂ ਜਾਣਾ ਚਾਹੁੰਦੇ, ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਨੇ ਤੇ ਆਮਦਨ ਵੀ ਪੂਰੀ ਕਮਾਉਣੀ ਚਾਹੁੰਦੇ ਨੇ ਤੇ ਕੰਮ ਤੋਂ ਰੋਜ਼ਾਨਾ ਘਰੇ ਵੀ ਵਾਪਸ ਪਰਤਣਾ ਚਾਹੁੰਦੇ ਨੇ, ਤਾਂ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਜਾਂ ਜਗਦੇਵ ਸੰਧੂ ਹੋਰਾਂ ਨਾਲ 2532666692 ਹੋਰ ਤੇ ਕਾਲ ਕਰ ਸਕਦੇ ਹੋ। ਟਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਰ ਇੱਕ ਨੰਬਰ ਨੋਟ ਕਰ ਲੈਣ ਜੀ, ਬਲਤੇਜ ਸਿੰਘ ਪਨੇਸਰ ਹੋਰਾਂ ਦਾ 204459 2000 204 459 2000। ਇਹਨਾਂ ਦਾ ਕਾਲ ਟਰੱਕ ਐਂਡ ਟ੍ਰੇਲਰ ਹੁਣ ਨਵੀਂ ਲੋਕੇਸ਼ਨ 'ਤੇ ਚਲਾ ਸ਼ਿਫਟ ਹੋ ਗਿਆ ਜੀ, 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ, ਮੈਨੀਟੋਬਾ 'ਚ। ਇੱਥੇ ਤੁਹਾਨੂੰ ਪਹਿਲਾਂ ਦੀਆਂ ਸਹੂਲਤਾਂ ਜਿਹੜੀਆਂ ਜਿਵੇਂ ਦਿੱਤੀਆਂ, ਵਿੰਡ ਸਕਰੀਨ ਚੇਂਜ, ਬ੍ਰੇਕਸ, ਡਿਫਰੈਂਸ਼ੀਅਲ, ਗੇਅਰ, ਇੰਜਨ ਰੀਬੋਲਟ, DOT ਸੇਫਟੀ ਵਗੈਰਾ ਇਹ ਕੰਮ ਦਿੱਤੇ ਜਾਂਦੇ ਸੀ। ਹੁਣ ਉਸ ਤੋਂ ਇਲਾਵਾ ਐਡ-ਆਨਸ ਜਿਹੜੇ ਨੇ ਜੀ ਉਹ ਤੁਹਾਨੂੰ ਇੱਥੇ ਸੈਮੀ ਵਾਸ਼, ਕੁਇਕ ਟਰੱਕ ਲਿਊਬ ਦੇ ਨਾਲ ਨਾਲ ਪਾਰਕਿੰਗ ਦੀ ਸਹੂਲਤ ਵੀ ਉਪਲਬਧ ਹੈ। ਬੇਕਰਸਵੀਲ ਏਰੀਆ 'ਚ ਸੋਲਰ ਸਿਸਟਮ ਲਵਾਓ। ਜਤਿੰਦਰ ਸਿੰਘ ਤੂਰ ਹੋਰਾਂ ਨਾਲ ਸੰਪਰਕ ਕਰੋ 6617541722 ਤੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ,
ਨਵਜੋਤ ਸਿੰਘ ਸਿੱਧੂ ਆਉਂਦੇ ਨੇ, ਕਾਫੀ ਚਰਚਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਕਾਂਗਰਸ ਦੇ ਵਿੱਚ ਵੀ, ਅਕਾਲੀ ਦਲ ਦੇ ਵਿੱਚ ਵੀ, ਕਿਉਂਕਿ ਹਿਲਜੁਲ ਹੋਈ ਹੈ। ਜਵਾਹਰ ਸਿੰਘ ਵਾਲੇ ਆਉਂਦੇ ਨੇ, ਇੱਥੇ ਆ ਕੇ ਕੀ ਕੁਛ ਕਹਿ ਗਏ? ਦੇਖੋ, ਨਵਜੋਤ ਸਿੰਘ ਸਿੱਧੂ, ਮੈਂ ਉਹਨਾਂ ਬਾਰੇ ਜੇ ਸ਼ਬਦ ਇਸਤੇਮਾਲ ਕਰਦਾ ਤਾਂ ਥੋੜ੍ਹਾ ਜਿਹਾ ਸਖਤ ਹੈ, ਲੇਕਿਨ ਉਹ ਮੌਸਮ ਦੇ ਮੁਤਾਬਕ ਨਿਕਲਦੇ ਜੀ। ਰਾਜਨੀਤੀ ਜਿਹੜੀ ਹੁੰਦੀ ਹੈ ਨਾ, ਰਾਜਨੀਤੀ ਜਿਹੜੇ ਮੌਸਮ ਨਹੀਂ ਦੇਖਦੇ, ਉਹ ਮੌਸਮ ਨਹੀਂ ਹੁੰਦੇ। ਰਾਜਨੀਤਿਕ ਜਿਹੜੇ ਹੈ ਕੁੱਲ ਵਕਤੀ ਹੁੰਦੇ, ਉਹ ਆਲ ਟਾਈਮਰ ਰਾਜਨੀਤੀ ਕਰਨ ਵਾਲੇ ਲੋਕ ਹੁੰਦੇ। ਲੇਕਿਨ ਨਵਜੋਤ ਸਿੱਧੂ ਲੰਬਾ ਸਮਾਂ ਗੈਰ ਹਾਜ਼ਰ ਰਹਿੰਦੇ, ਫਿਰ ਜਦੋਂ ਕੋਈ ਨਾ ਕੋਈ ਇਨਸੀਡੈਂਟ ਵਾਪਰ ਜਾਂਦੀ ਹੈ ਤੇ ਉਸ ਵੇਲੇ ਉਹ ਆਉਂਦੇ। ਦੁਬਦਾ ਜਿਹੜੀ ਹੁੰਦੀ ਹੈ ਨਾ, ਬੰਦਾ ਜਦੋਂ ਦੁਬਦਾ ਦੇ ਵਿੱਚ ਹੋਵੇ ਤੇ ਉਦੋਂ ਸਥਿਤੀ ਇਹੀ ਹੁੰਦੀ ਹੈ। ਹੁਣ ਨਾ ਤਾਂ ਨਵਜੋਤ ਸਿੰਘ ਸਿੱਧੂ ਨੂੰ ਅਜੇ ਤੱਕ ਆਪਣੀ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ, ਪਾਰਟੀ ਜੁਆਇਨ ਕਿਹੜੀ ਕਰਨੀ ਹੈ ਇਹਦਾ ਫੈਸਲਾ ਵੀ ਨਹੀਂ ਕੀਤਾ। ਸੋਸ਼ਲ ਮੀਡੀਆ ਦੇ ਉੱਤੇ ਇੱਕ ਹੋਰ ਬੜਾ ਪ੍ਰਚਾਰ ਚੱਲ ਪਿਆ ਵੀ ਕਿਉਂਕਿ ਕੱਲ੍ਹ ਭਗਵੰਤ ਮਾਨ ਜਦੋਂ ਅਨੰਦਪੁਰ ਸਾਹਿਬ ਮੱਥਾ ਟੇਕਣ ਵਾਸਤੇ ਗਏ ਤੇ ਕਿਸੇ ਸੱਜਣ ਦੇ ਘਰੇ ਰਸਤੇ ਦੇ ਵਿੱਚ ਉਹ ਬ੍ਰੇਕਫਾਸਟ ਵਗੈਰਾ ਕਰਨ ਲੱਗੇ, ਨਾਲ ਉਹਨਾਂ ਦੇ ਵੱਡਾ ਲੀਡਰ ਵੀ ਸੀ, ਉਹਨਾਂ ਦਾ ਜਰਨੈਲ ਸਿੰਘ ਸੀ ਸ਼ਾਇਦ। ਉੱਥੇ ਮੀਡੀਆ ਵਾਲੇ ਵੀ ਆ ਗਏ ਤੇ ਮੀਡੀਆ ਵਾਲਿਆਂ ਨੇ ਪੁੱਛ ਲਿਆ ਕਿ ਜੀ ਜੇ ਨਵਜੋਤ ਸਿੰਘ ਸਿੱਧੂ ਆ ਸਕਦੇ? ਉਹ ਕਹਿੰਦਾ ਜੀ ਇਸ ਤਾਂ ਦੋਵੇਂ ਹੱਥ ਉਡੀਕਦੇ ਆ ਵੀ ਉਹ ਆ ਜਾਣ, ਪਰ ਨਾਲ ਹੀ ਉਹਨੇ ਗੱਲ ਕਹਿਤੀ, ਕਹਿੰਦੇ ਵੀ ਕਹੀ ਜਾਂਦੇ ਆ ਪਰ ਸਾਡੇ ਨਾਲ ਉਹਦਾ ਕੋਈ ਤਾਲਮੇਲ ਹੈ ਨਹੀਂ ਅਜੇ ਤੱਕ, ਤੇ ਜੇ ਉਹ ਆ ਜਾਣਗੇ, ਉਹ ਆ ਜਾਣ ਤੇ ਮੈਂ ਤਾਂ ਰਾਜੀ ਹੋਊਂਗਾ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਅੱਛਾ, ਉਹ ਵੀ ਕਹਿਤਾ, ਇਹ ਕਹਿਤਾ। ਹੁਣ ਇਹਦੇ ਤੋਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਮਤਲਬ ਆਪਾਂ ਉਹ ਜਿਵੇਂ ਹੁੰਦੇ ਨਾ ਬਹੁਤ ਵਿਦਵਾਨ, ਅੱਜ ਕੱਲ੍ਹ ਨਵੇਂ ਵਿਦਵਾਨ ਜਿਹੜੇ ਸੋਸ਼ਲ ਮੀਡੀਆ ਵਿਦਵਾਨ ਕਹਿ ਦਈਏ, ਵਿਦਵਾਨਾਂ ਨੇ ਮਤਲਬ ਇਹ ਤੇ ਉਹਨੂੰ ਇੱਕ ਜਿਹੜੀ ਹੈ ਪਰਸੈਪਸ਼ਨ ਹੀ ਬਣਾਤੀ, ਧਾਰਨਾ ਬਣਾਤੀ ਕਿ ਜੀ ਉਹ ਆ ਰਿਹਾ ਤੇ ਉਹਨੂੰ ਮੁੱਖ ਮੰਤਰੀ ਬਣਾ ਦੇਣਗੇ ਜੀ। ਪਹਿਲੀ ਗੱਲ ਇਹ ਕਿ ਜੇ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਣਾਉਣਾ ਹੁੰਦਾ ਤਾਂ ਫਿਰ ਪਿਛਲੀ ਵਾਰੀ ਸਰਕਾਰ ਹੀ ਨਾ ਬਣਾ ਲੈਂਦੀ, ਉਹਦੀ ਕਹਿ ਦਿੰਦੇ ਵੀ ਆ ਜਾ ਭਾਈ, ਤੈਨੂੰ ਚਿਹਰਾ ਹੀ ਬਣਾ ਦਿੰਦੇ, ਚਿਹਰਾ ਬਣਾ ਲੈਂਦੇ। ਇਹਦੇ 'ਚ ਪਤਾ ਨਹੀਂ ਕਈ ਕੁਛ ਹੈ, ਬੜਾ ਕੁਛ ਹੈ ਕਿ ਆਮ ਆਦਮੀ ਪਾਰਟੀ ਦੀ ਸਥਿਤੀ ਕੀ ਹੈ, ਤੇ ਨਵਜੋਤ ਸਿੰਘ ਸਿੱਧੂ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਖੇਡਿਆ ਹੋਇਆ। ਉਹਨੂੰ ਵੀ ਅਜੇ ਤੱਕ ਦਿਖਦਾ ਕਿ ਕਿਹਦੇ 'ਚ ਕਿੰਨਾ ਕੁ ਪਾਣੀ, ਕੌਣ ਕਿੰਨੇ ਕੁ ਪਾਣੀ ਦੇ ਵਿੱਚ ਤਰਦਾ ਜਾਂ ਡੁੱਬਦਾ, ਕੀ ਕੁਛ ਦਿਖਦਾ ਹੈ। ਆਪਾਂ ਅੱਜ ਦੀ ਘੜੀ ਅਜੇ ਤੱਕ ਇਲੈਕਸ਼ਨ ਦੇ ਵਿੱਚ ਪਏ ਆ ਕਈ ਮਹੀਨੇ, ਅੱਜ ਦੀ ਘੜੀ ਜੇ ਆਪਾਂ ਦੇਖੀਏ ਤਾਂ ਕਿਸੇ ਵੀ ਪਾਰਟੀ ਦੇ ਕੋਲੇ ਅਜੇ ਤੱਕ ਪੱਲੇ ਕਿਸੇ ਦੇ ਕੱਖ ਨਹੀਂ, ਐਵੇਂ ਹਵਾ ਦੀ ਤਲਵਾਰਾਂ ਜੋ ਮਰਜ਼ੀ ਆ ਮਾਰੀ ਜਾਣ। ਵੋਟਰ ਭਗਵਾਨ ਜਿਹੜਾ ਬੜਾ ਸਿਆਣਾ ਹੋਇਆ, ਵੋਟਰ ਭਗਵਾਨ ਫੈਸਲਾ ਕਰਦਾ ਹੁੰਦਾ ਮੌਕੇ ਤੌਰ 'ਤੇ। ਵੈਸੇ ਵੀ ਜੇ ਆਪਾਂ ਗੱਲ ਕਰ ਲਈਏ ਕਿਸੇ ਪਾਰਟੀ ਦੀ ਕਾਰਗੁਜ਼ਾਰੀ ਦੇਖਣ ਵਾਸਤੇ ਉਹਦੀ ਜਿਹੜੀ ਉਹਦੀ ਪ੍ਰੈਜੈਂਟ ਲੀਡਰਸ਼ਿਪ ਹੈ, ਜਿਹੜੇ ਲੋਕ ਉਹਦੇ ਪੱਲੇ ਹੈ ਤੇ ਉਹਨਾਂ ਦੇ ਪੱਲੇ ਦੇਖਣਾ ਪੈਣਾ ਵੀ ਹੈ ਕੀ ਜੀ। ਫਿਰੋਜ਼ਪੁਰ ਤੋਂ ਸ਼ੁਰੂ ਹੋ ਲਓ, ਤੁਸੀਂ ਪਟਿਆਲੇ ਤੱਕ ਚਲੇ ਜਾਓ, ਆਮ ਆਦਮੀ ਪਾਰਟੀ ਦੇ ਕੋਲੇ ਜਿਹੜੇ MLA ਆ ਉਹ MLA ਬਹੁਤੇ ਹੈ ਕਿੱਥੋਂ? ਮਾਲਵੇ ਤੋਂ ਹੀ ਆ। ਮਾਲਵੇ ਤੋਂ। ਤੇ ਮਾਲਵੇ ਦੇ ਵਿੱਚੋਂ ਮੈਨੂੰ ਐਂ ਕਰੋ ਵੀ ਤੁਸੀਂ ਦੱਸ ਦਿਓ ਉਂਗਲ ਖੜੀ ਕਰਕੇ ਕਿ ਜਿੱਤਦਾ ਕੌਣ ਹੈ? ਹਾਲ ਦੀ ਘੜੀ ਤਾਂ ਸਾਰੇ ਡਾਵਾਂਡੋਲ ਹੈ। ਸਭ ਤੋਂ ਵੱਡੀ ਗੱਲ ਹੈ ਕਿ ਜਿੱਥੇ ਕੱਲ ਨਵਜੋਤ ਸਿੰਘ ਸਿੱਧੂ ਆਏ ਹੈ ਕੋਟਕਪੂਰੇ ਤੁਸੀਂ ਵੀ ਗਏ ਹੋ, ਸਭ ਤੋਂ ਮਜ਼ਬੂਤ ਜੇ ਆਪਾਂ ਇਹਨਾਂ ਦਾ ਬੰਦਾ ਦੇਖੀਏ ਤਾਂ ਉਹ ਕੁਲਤਾਰ ਸਿੰਘ ਸੰਧਵਾ। ਲੇਕਿਨ ਕੁਲਤਾਰ ਸਿੰਘ ਸੰਧਵਾ ਦੇ ਨਾਲ ਕੱਲ ਸੱਜਣ ਕਿੰਨੇ ਸੀ, ਇਹੀ ਦੇਖਣ ਵਾਲੀ ਗੱਲ। ਇਹ ਜਿਹੜਾ ਕੱਲ ਤੁਸੀਂ ਦੇਖਿਆ, ਤੁਸੀਂ ਧਰਨੇ ਤੇ ਗਏ ਹੋ, ਉਸ ਧਰਨੇ ਦੇ ਉੱਤੇ ਕੁਲਤਾਰ ਸਿੰਘ ਦੇ ਨਾਲ ਕਿੰਨੇ ਕੁ ਬੰਦੇ ਸੀ? ਜਦੋਂ ਕੋਈ MLA ਨਿਕਲਦਾ ਜਾਂ ਲੋਕਲ ਲੀਡਰ ਨਿਕਲਦਾ, ਲੋਕਲ ਲੀਡਰ ਨਾਲੇ ਇਹੋ ਜਿਹਾ ਮਸਲਾ ਹੋਵੇ ਤੇ ਉੱਥੇ 100-200 ਬੰਦਾ ਹੀ ਨਾ ਹੋਵੇ, ਬਿਲਕੁਲ ਬਰਨਗੀ ਇਸ਼ੂ। ਮੈਂ ਤੁਹਾਡੇ ਯਾਦ ਕਰਾਉਣਾ, ਕੁਲਤਾਰ ਸਿੰਘ ਸੰਧਵਾ ਇਸ ਮੁੱਦੇ ਦੇ ਨਾਲ ਅੱਜ ਤੋਂ ਨਹੀਂ, day 1 ਤੋਂ ਜੁੜਿਆ ਹੋਇਆ। ਬਿਲਕੁਲ, ਤੁਸੀਂ ਉਹ ਟਾਈਮ ਯਾਦ ਕਰੋ ਜਦੋਂ ਆਪਾਂ ਚੱਬਾ ਪਿੰਡ ਗਏ ਸੀ। ਚੱਬਾ ਪਿੰਡ ਸਰਬੱਤ ਖਾਲਸਾ ਹੋਇਆ ਸੀ ਤੇ ਆਪਾਂ ਦੋਨੋਂ ਜਾਣੇ ਜਦੋਂ ਵਿੱਚ ਜਾ ਰਹੇ ਸੀ, ਉਸ ਸਰਬੱਤ ਖਾਲਸਾ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਪੂਰਾ ਜਥਾ ਲੈ ਕੇ ਗਿਆ ਸੀ। ਬਿਲਕੁਲ, ਬਹੁਤ ਵੱਡਾ ਜਥਾ ਸੀ, ਬਹੁਤ ਵੱਡਾ ਜਥਾ ਸੀ। ਤੇ ਜਦੋਂ ਉਹਦੀ ਨਿਗਾਹ ਮੇਰੇ ਵੱਲ ਪਈ ਤੇ ਉਹਨੇ ਦੇਖ ਲਿਆ ਕਿ ਇੱਕ ਪੱਤਰਕਾਰ ਖੜਾ ਹੈ, ਇਹ ਕਿਤੇ ਖਬਰ ਨਾ ਲਾ ਦੇਵੇ ਜਾਂ ਇਸ ਗੱਲ ਦਾ ਕਿਤੇ ਰੌਲਾ ਨਾ ਪਾ ਦੇ। ਖੈਰ ਉਹ ਇੱਕ ਬੰਦੇ ਦੀ ਪ੍ਰਾਈਵੇਟ ਗੱਲਬਾਤ, ਆਪਾਂ ਉਹਦੇ 'ਤੇ ਗੱਲ ਨਹੀਂ ਕਰਨੀ ਸੀ, ਚਲੋ ਵੱਖਰੀ ਗੱਲ ਸੀ। ਉਹਨੇ ਅੱਖ ਜਿਹੜੀ ਹੈਗੀ ਹੈ ਮਿਲਾਉਣ ਦੀ ਬਜਾਏ ਤੇ ਮੂੰਹ ਪਰੇ ਨੂੰ ਕਰ ਲਿਆ ਸੀ, ਇਸ ਤਰ੍ਹਾਂ ਜਿਵੇਂ ਉਹ ਬਿੱਲੀ ਭੁਲੇਖਾ ਪਾਉਂਦੀ ਹੁੰਦੀ ਹੈ ਨਾ, ਕਬੂਤਰ ਜਿਵੇਂ ਭੁਲੇਖਾ ਪਾਉਂਦਾ ਨਾ ਬਿੱਲੀ ਨੂੰ ਦੇਖ ਕੇ ਅੱਖਾਂ ਵਿੱਚ ਲੈਂਦਾ ਵੀ ਮੈਂ ਤਾਂ ਤੈਨੂੰ ਦੇਖਿਆ ਨਹੀਂ। ਉਹਨੇ ਉਸ ਤਰ੍ਹਾਂ ਕੀਤਾ ਸੀ। ਉਹ day 1 ਤੋਂ ਜੁੜਿਆ ਹੋਏ, ਤੇ ਜੇ day 1 ਤੋਂ ਜੁੜਨ ਵਾਲੇ ਬੰਦੇ ਦੀ ਹਾਲਤ ਹੈ ਕਿ ਉੱਥੇ ਬੰਦੇ ਕਿੰਨੇ ਕੁ ਸੀ,
ਉੱਥੇ ਤੁਹਾਡੇ ਗੁਰਦਿੱਤ ਸਿੰਘ ਸੇਖੋਂ ਜਿਹੜੇ ਫਰੀਦਕੋਟ ਤੋਂ ਚੋਣ ਲੜੇ, ਇਹਨਾਂ ਦੇ ਉਹ ਵੀ ਆਏ ਉਹ ਵੀ ਆਏ ਸੀ, MP ਸਾਹਿਬ ਆਏ ਸੀ, MP ਸਾਹਿਬ ਵੀ ਤਿੰਨ ਚਾਰ ਬੰਦੇ ਹੋਣ ਜੀ ਅਹਿਮ ਤੇ ਬੰਦੇ ਹੋਣ ਉੱਥੇ ਸਾਰੇ ਬੰਦੇ ਤੁਸੀਂ ਲਾ ਲਓ ਵੀ ਸਾਰੇ ਬੰਦੇ ਉੱਥੇ ਕਿੰਨੇ ਬੰਦੇ ਕਿ ਵਰਨਿੰਗ ਇਸ਼ੂ ਹੈ। ਹਾਲਾਂਕਿ ਉਹ ਪਰਿਵਾਰ ਦੇ ਬੰਦੇ ਵੀ ਹੋਣਗੇ, ਇਹਨਾਂ ਦੇ ਨਾਲ ਤਾਂ ਮੇਰਾ ਖਿਆਲ ਹੈ ਵੀ ਇਸ ਹਿਸਾਬ ਨਾਲ ਦੇਖੀ ਤਾਂ 3 ਬੰਦਿਆਂ ਦੇ ਨਾਲ 3 ਬੰਦੇ ਵੀ ਹੈ ਨਹੀਂ ਸੀ, ਪਿੰਡ ਦੇ ਬੰਦੇ ਵੀ ਨਹੀਂ ਆਏ। ਪਿੰਡ ਦੇ ਚਲੋ ਹਾਂ, ਹੁਣ ਇਹਦੇ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਪਾਂ ਕਿੰਨੇ ਕੁ, ਪਰ ਕਿਉਂਕਿ ਵਿਦਵਾਨ ਲੋਕ ਜਿਹੜੇ ਹੈਗੇ ਉਹਨਾਂ ਨੇ ਗੱਲ ਕਰਤੀ ਜੀ ਨਵਜੋਤ ਸਿੰਘ ਸਿੱਧੂ ਆਊਗਾ। ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ 'ਚ ਹੈ, ਕਾਂਗਰਸ ਪਾਰਟੀ ਨੂੰ ਛੱਡ ਨਹੀਂ ਰਿਹਾ, ਉਹਦੀ ਨੇੜਤਾ ਨਹਿਰੂ ਗਾਂਧੀ ਪਰਿਵਾਰ ਨਾਲ। ਮੈਂ ਯਾਦ ਕਰਾਉਣਾ ਤੁਹਾਨੂੰ ਕਿ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਤੇ ਫੰਕਸ਼ਨ ਹੋਇਆ ਪਰਲੇ ਪਾਸੇ ਉੱਥੇ ਬੜਾ ਪ੍ਰੋਮੀਨੈਂਟਲੀ ਗੁਰੂ ਘਰ ਦੇ ਵਿੱਚ, ਉੱਥੇ ਬੋਲਣ ਵਾਸਤੇ ਜੇ ਕਿਸੇ ਬੰਦੇ ਨੂੰ ਅਧਿਕਾਰਤ ਕੀਤਾ ਸੀ ਪਾਕਿਸਤਾਨ ਦੀ ਸਰਕਾਰ ਨੇ, ਤੇ ਇਕੱਲਾ ਨਵਜੋਤ ਸਿੱਧੂ ਨੂੰ ਕੀਤਾ ਸੀ। ਤੇ ਨਵਜੋਤ ਸਿੰਘ ਸਿੱਧੂ ਨੇ ਉੱਥੇ ਕਿਹਾ ਸੀਗਾ ਕਿ ਮੇਰੀ ਨੇੜਤਾ ਨਹਿਰੂ ਗਾਂਧੀ ਖਾਨਦਾਨ ਨਾਲ ਜੀ, ਜਿੱਦਣ ਉਹਦਾ ਦਿਲ ਕਰਦਾ, ਜਦੋਂ ਉਹਦੀ ਮਰਜ਼ੀ ਹੁੰਦੀ ਹੈ, ਉਦੋਂ ਚਾਹੇ ਉਹ ਸੋਨੀਆ ਗਾਂਧੀ ਨੂੰ ਮਿਲੇ, ਚਾਹੇ ਉਹ ਰਾਹੁਲ ਨੂੰ ਮਿਲੇ, ਤੇ ਚਾਹੇ ਉਹ ਮਿਲੇ ਪ੍ਰਿੰਕਾ ਗਾਂਧੀ ਨੂੰ ਜੀ। ਲੇਕਿਨ ਕਿਉਂਕਿ ਸੈਲੀਬ੍ਰਿਟੀ ਹੈ, ਉਹ ਆਪਦੀ ਕੀਮਤ ਵੀ ਦਰਸਾਉਂਦਾ ਵੀ ਹਾਂ ਮੈਂ ਹੈਗੇ, ਉਹਨੂੰ ਪਾ ਦਿੱਤਾ ਇਹਦੇ 'ਚ ਸਟਾਰ ਪ੍ਰਚਾਰਕਾਂ 'ਚ, ਪਰ ਉਹ ਕਿਤੇ ਵੀ ਨਹੀਂ ਗਿਆ। ਕਾਂਗਰਸ ਹਾਈ ਕਮਾਂਡ ਉਹਨੂੰ ਗਾਉਣਾ ਵੀ ਨਹੀਂ ਚਾਹੁੰਦੀ, ਨਾਲ ਕਾਂਗਰਸ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਰਸਾਉਣਾ ਵੀ ਨਹੀਂ ਚਾਹੁੰਦੀ। ਹੁਣ ਇਹਨਾਂ ਹਾਲਾਤ ਦੇ ਵਿੱਚ ਜੇ ਹੁਣ ਆਪਾਂ ਗੱਲ ਕਹਿ ਦਈਏ ਕਿ ਜੀ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ, ਗੱਲਾਂ ਤਾਂ ਉਹਨੇ 2 ਹੀ ਕਹੀਆਂ ਉੱਥੇ ਉਹਨੇ ਗੱਲਾਂ 2 ਕਹੀਆਂ ਕਿ ਜੀ ਜਿਵੇਂ ਬਾਈਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਮਾਮਲਾ ਸੀ, ਸਾਰਾ ਦਿੱਤਾ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਜਿਹੜੀ ਰਿਪੋਰਟ ਦਿੱਤੀ ਸੀ, ਉਹ ਰਿਪੋਰਟ ਨੂੰ ਜਿਸ ਤਰ੍ਹਾਂ ਜਨਤਕ ਕੀਤਾ ਗਿਆ ਸੀ, ਇੱਦਾਂ ਹੀ 2 ਰਿਪੋਰਟਾਂ ਹੋਰ ਜਨਤਕ ਕਰ ਦਿਓ। ਇੱਕ ਰਿਪੋਰਟ ਤਾਂ ਕਹਿੰਦੇ ਜੀ ਡਰੱਗਸ ਨਾਲ ਸੰਬੰਧਿਤ ਕਰ ਦਿਓ, ਉਹ ਜਨਤਕ ਕਰ ਦਿਓ, ਤੇ ਦੂਜੀ ਜਿਹੜੀ ਰਿਪੋਰਟ ਹੈ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੀ ਤਫਤੀਸ਼ ਕੀਤੀ ਹੈ, ਇਹ ਦੋਨੋਂ ਜਨਤਕ ਕਰ ਦਿਓ। ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ ਜੀ, ਜਸਟਿਸ ਰਣਜੀਤ ਸਿੰਘ ਕਮਿਸ਼ਨ ਕਿਸੇ ਅਦਾਲਤ ਨੇ ਨਹੀਂ ਬਣਾਇਆ ਸੀ, ਉਹਦੇ ਉੱਤੇ ਕਿਸੇ ਕਿਸਮ ਦੀ ਕੋਈ CRP ਜਿਹੜਾ CPC ਜਿਹੜਾ ਜ਼ਾਬਤਾ ਫੌਜਦਾਰੀ ਉੱਤੇ ਲਾਗੂ ਨਹੀਂ ਹੁੰਦਾ, CPC ਕ੍ਰਿਮੀਨਲ ਪ੍ਰੋਸੀਜਰ ਜਾਂ CRPC ਕਿਵੇਂ ਚਲਾਉਣਾ, ਉਹਦੇ ਦੋਨੇ ਚੀਜ਼ਾਂ ਨਹੀਂ ਲਾਗੂ ਹੁੰਦੀਆਂ। ਉਹ ਸਿੱਧਾ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਉਹਨੂੰ ਬਣਾਇਆ ਸੀ, ਉਹਨੇ ਪੰਜਾਬ ਸਰਕਾਰ ਨੂੰ ਰਿਪੋਰਟ ਪੇਸ਼ ਕਰਤੀ। ਪੰਜਾਬ ਸਰਕਾਰ ਨੇ ਉਹ ਰਿਪੋਰਟ ਹੈ ਜਿਹੜੀ ਅਸੈਂਬਲੀ ਦੇ ਵਿੱਚ ਰੱਖਤੀ, ਉਹ ਇੱਕ ਜਨਤਕ ਡਾਕੂਮੈਂਟ ਬਣ ਗਿਆ। ਲੇਕਿਨ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੀ ਚੀਜ਼ ਤਿਆਰ ਕੀਤੀ ਹੈ, 9 ਚਲਾਨ ਤਾਂ ਉਹਨੇ ਪੇਸ਼ ਕਰਤੇ, ਤਾਂ ਜਨਤਕ ਹੀ ਹੈ। ਜਿਹੜਾ ਮਰਜ਼ੀ ਜਾ ਕੇ ਕੋਰਟ 'ਚੋਂ ਕਾਪੀ ਲੈ ਲਓ ਤੁਸੀਂ, ਬਿਲਕੁਲ ਸਰਟੀਫਾਈਡ ਕਾਪੀ ਲੈ ਕੇ ਨਵਜੋਤ ਸਿੰਘ ਸਿੱਧੂ ਵੀ ਲੈ ਕੇ ਉਹਨੂੰ ਜਨਤਕ ਕਰ ਸਕਦੇ। ਦੂਜੀ ਜਿਹੜੀ 10ਵੀਂ ਚਾਰਜਸ਼ੀਟ ਹੈ ਜਾਂ ਜਿਹੜੀ ਮੁਕੰਮਲ ਚਾਰਜਸ਼ੀਟ, ਉਹ ਤਾਂ ਅਜੇ ਅਦਾਲਤ 'ਚ ਪੇਸ਼ ਨਹੀਂ ਹੋਈ। ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਵਾਰ-ਵਾਰ ਪੱਤਰਕਾਰਾਂ ਨੇ ਜਦੋਂ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ, ਲਾਈਵ ਦੇ ਵਿੱਚ ਵੀ ਕੀਤਾ, ਉਹਨੂੰ ਲੋਕਾਂ ਨੇ ਕੁਐਸਚਨ ਕੀਤੇ ਸੀ ਕਿ ਜੀ ਤੁਸੀਂ ਦੱਸੋ ਨਾਂ ਕੀ ਦਾ ਰਿਹਾ। ਉਹ ਕਹਿੰਦਾ ਮਹੱਤਵਪੂਰਨ ਬੰਦੇ, ਬਹੁਤ ਵੱਡੇ ਬੰਦੇ, ਤੇ ਹਰ ਇੱਕ ਬੰਦੇ ਨੂੰ ਕਹਿੰਦਾ ਸੀ ਕਿ ਅਜੇ ਤੱਕ ਇਹ ਚਲਾਨ ਪੇਸ਼ ਨਹੀਂ ਹੋਇਆ, ਮੈਂ ਇਹਨੂੰ ਜਨਤਕ ਨਹੀਂ ਕਰ ਸਕਦਾ, ਤੁਸੀਂ ਮੇਰੇ ਦਫ਼ਤਰ ਆ ਜਾਓ ਤੇ ਆ ਕੇ ਦੇਖ ਲਿਓ। ਰਿਪੋਰਟ ਉੱਥੇ ਪਈ ਹੈ। ਉਸੇ ਰਿਪੋਰਟ ਦੇ ਆਧਾਰ ਦੇ ਉੱਤੇ ਆਪਾਂ ਪੰਨਾ ਨੰਬਰ 41 ਦੀ ਗੱਲ ਕੀਤੀ ਸੀ ਕਿ ਪੰਨਾ ਨੰਬਰ 41 ਦੇ ਉੱਤੇ ਜਿਹਨਾਂ ਬੰਦਿਆਂ ਦੇ ਨਾਂ ਹੈ ਉਹਦੇ 'ਚ ਤਾਂ ਆ ਹੀ ਗਿਆ ਸੀ, ਅਖਬਾਰਾਂ ਆ ਗਿਆ ਸੀ, ਬਿਲਕੁਲ ਆ ਗਿਆ। ਸੁਖਬੀਰ ਸਿੰਘ ਬਾਦਲ ਦਾ ਉਹਦੇ 'ਚ ਨਾਂ ਸੀਗੇ। ਹੁਣ ਉਹ ਜਿਹੜੀ ਹੈਗੀ ਉਹ ਜਨਤਕ ਕੀਤੀ ਨਹੀਂ ਜਾ ਸਕਦੀ ਕਿਸੇ ਵੀ ਕੀਮਤ 'ਤੇ, ਕਿਉਂਕਿ ਹੁਣ ਉਹਨੂੰ ਭਾਵੇਂ ਰੱਦ ਕਰਤਾ, ਪਰ ਅਜੇ ਤੱਕ ਪੰਜਾਬ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਅਸੀਂ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਜਾਂ ਸੁਪਰੀਮ ਕੋਰਟ ਜਾਵਾਂਗੇ, ਇਸ ਕਰਕੇ ਉਹ ਹੋ ਨਹੀਂ ਸਕਦਾ। ਰਹੀ ਗੱਲ ਜਿਹੜੀ ਉਹ ਹਰਪ੍ਰੀਤ ਸਿੰਘ ADGP ਦੀ STF ਦੇ ਡਰੱਗਸ ਵਾਲਾ ਮਾਮਲਾ ਹੈ, ਉਹ ਜਿਹੜੀ ਹੈਗੀ ਰਿਪੋਰਟ, ਉਸ ਰਿਪੋਰਟ ਦਾ ਇੱਕ ਹਿੱਸਾ ਤਾਂ ਖੁਦ ਨਵਜੋਤ ਸਿੰਘ ਸਿੱਧੂ ਨੇ ਜ਼ਾਹਰ ਕੀਤਾ ਹੀ ਸੀ, ਤੁਹਾਡੇ ਯਾਦ ਨੇ ਪ੍ਰੈਸ ਕਾਨਫਰੰਸ ਕਰਕੇ ਜਾਰੀ ਕੀਤੀ ਸੀ। ਹੁਣ ਜਿਹੜਾ ਬਾਕੀ ਹਿੱਸਾ ਉਹ ਹਾਈ ਕੋਰਟ 'ਚ ਪਿਆ। ਹਾਈ ਕੋਰਟ ਜਿਹੜਾ ਹੈਗਾ ਉਹ ਹਾਈ ਕੋਰਟ ਦੀ ਪ੍ਰਾਪਰਟੀ, ਉਹ ਕੀਤਾ ਜਾ ਹੀ ਨਹੀਂ ਸਕਦਾ। ਇੱਥੋਂ ਨਵਜੋਤ ਸਿੰਘ ਸਿੱਧੂ ਦੀ ਮੈਨੂੰ ਇਉਂ ਲੱਗਦਾ ਗੱਲ ਕਿ ਉਹਨੇ ਪੋਲੀਟੀਕਲ ਮਾਈਲੇਜ ਹੈ ਕਿ ਹੁਣ ਪਹੁੰਚਿਆ ਕਿੱਥੇ ਪਹੁੰਚਿਆ, ਗੁਰਦੁਆਰਾ ਜਵਾਰ ਸਿੰਘ ਵਾਲੇ 2015 ਮੇਰੇ ਖਿਆਲ 14 ਦੇ ਵਿੱਚ ਗੁਰੂ 14 ਚ ਗੋਲੀ ਚੱਲਦੀ, ਹਾਂ 1 ਜੂਨ ਨੂੰ ਮੇਰਾ ਖਿਆਲ ਗੁਰੂ ਗ੍ਰੰਥ ਸਾਹਿਬ ਦੀ ਘਟਨਾ ਵਾਪਰਦੀ ਹੈ, ਬੀਟ ਚੋਰੀ ਹੁੰਦੀ ਹੈ। ਉਦੋਂ ਤੋਂ ਲੈ ਕੇ ਕਈ ਸਾਲ ਹੋ ਗਏ, ਨਵਜੋਤ ਸਿੰਘ ਸਿੱਧੂ ਇਹ ਤੋਂ ਪਹਿਲਾਂ ਕਿਉਂ ਨਹੀਂ ਉੱਥੇ ਗਿਆ? ਉੱਥੇ ਉਹ ਗੁਰਦੁਆਰਾ ਸਾਹਿਬ ਜਿਹੜਾ ਹੈਗਾ, ਹਰ ਗੁਰਦੁਆਰਾ ਸਾਡੇ ਵਾਸਤੇ ਹੈ, ਪਰ ਉਹ ਕਿੱਡਾ ਕੁ ਵੱਡਾ ਇਤਿਹਾਸਕ ਗੁਰਦੁਆਰਾ ਹੈ ਕਿ ਜਿਹੜਾ ਉਹਨੇ ਉਹ ਚੁਣਿਆ। ਉਹਨੇ ਦਮਦਮਾ ਸਾਹਿਬ ਨਹੀਂ ਚੁਣਿਆ ਜਿੱਥੇ ਵਿਸਾਖੀ ਦਾ ਮੇਲਾ ਭਰਦਾ ਹੈ, ਉਹਨੇ ਅਨੰਦਪੁਰ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ, ਉਹਨੇ ਉਹ ਨਹੀਂ ਚੁਣਿਆ। ਉੱਥੇ ਜਾਣ ਦਾ ਮਤਲਬ ਕੀ ਹੈ? ਉਹਦੇ 'ਚ ਮਤਲਬ ਇਹ ਹੈ ਕਿ ਉਹਨੂੰ ਥੋੜ੍ਹਾ ਜਿਹਾ ਮਤਲਬ, ਕਿਉਂਕਿ ਮਾਮਲਾ ਹੁਣ ਲਾਈਮਲਾਈਟ 'ਚ ਆ ਗਿਆ। ਜਦੋਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਇੱਥੇ ਕਿ ਇਹਨੂੰ ਜੋ ਮਰਜ਼ੀ ਕਹਿ ਲੈਣ, ਕੱਲ੍ਹ ਆਪਾਂ ਗੱਲ ਕੀਤੀ ਸੀ ਕਿ ਸੁਖਬੀਰ ਸਿੰਘ ਬਾਦਲ ਜਦੋਂ ਇੱਥੇ ਗਿਆ ਹੈ ਦਮਦਮਾ ਸਾਹਿਬ,
ਤੇ ਸੁਖਬੀਰ ਸਿੰਘ ਬਾਦਲ ਨੇ ਚੇਤੇ ਸੋਚਿਆ ਵੀ ਨਹੀਂ ਸੀ ਕਿ ਲੋਕ ਨਾਅਰੇਬਾਜ਼ੀ ਕਰਨ। ਨਾਅਰੇਬਾਜ਼ੀ ਕਿਉਂ ਹੋਈ? ਨਾਅਰੇਬਾਜ਼ੀ ਹੋਈ ਕਿ ਜਿਹੜਾ ਇਹ ਮੁੱਦਾ ਦੱਬਿਆ ਪਿਆ ਸੀ ਬੇਅਦਬੀ ਵਾਲਾ, ਜਦੋਂ ਹਾਈ ਕੋਰਟ ਦੇ ਵਿੱਚੋਂ ਇਹ ਮਾਮਲਾ ਰੱਦ ਹੋ ਗਿਆ ਤੇ ਇਧਰ ਖੁਸ਼ੀਆਂ ਮਨਾਉਣੀਆਂ ਸ਼ੁਰੂ ਕਰਤੀਆਂ, ਉਹ ਮਹਿੰਗੀਆਂ ਪੈ ਗਈਆਂ। ਸੋਸ਼ਲ ਮੀਡੀਆ ਤੇ ਪੈਣੇ ਲੋਕਾਂ ਦੇ ਜਿਹੜੇ ਇਮੋਸ਼ਨਸ ਹੈ, ਜਿਹੜੇ ਲੋਕਾਂ ਦੇ ਜਜ਼ਬਾਤ ਹੈ, ਉਹ ਫਿਰ ਭੜਕ ਉੱਠੇ। ਜਿੱਥੋਂ ਗੱਲ ਮਤਲਬ ਸ਼ੁਰੂ ਹੋਈ ਸੀ ਗੱਲ ਉੱਥੇ ਹੀ ਫਿਰ ਪਹੁੰਚ ਗਈ। ਹੁਣ ਉਹ ਜਿਹੜਾ ਸੇਕ ਹੈ, ਸੇਕ ਪਤਾ ਨਹੀਂ ਕਿਹਨੂੰ ਲੱਭਣਾ, ਤੇ ਉਸ ਸੇਕ ਦੇ ਵਿੱਚੋਂ ਕਈ ਟੋਟੀਆਂ ਵੀ ਸੇਕਣ ਵਾਸਤੇ ਆ ਗਏ। ਕਈਆਂ ਨੂੰ ਸੇਕ ਲਾਊਗਾ, ਕਈਆਂ ਨੂੰ ਤਾਂ ਸੇਕ ਜਿਹੜਾ ਹੈਗਾ ਜਲਾਊਗਾ। ਦੋ ਤਰ੍ਹਾਂ ਦੇ ਸੇਕ ਨੇ, ਇੱਕ ਤਾਂ ਮਚਾਊਗਾ, ਇੱਕ ਨੂੰ ਜਲਾਊਗਾ। ਇੱਕ ਨੂੰ ਹਾਂ ਮਚਾਉਣਾ ਤੇ ਜਲਾਉਣ 'ਚ ਫਰਕ ਹੈ। ਨਹੀਂ ਮੈਂ ਜੇ ਆਪਾਂ ਆਖੀਏ ਕਿ ਜਨਤਾ ਵੀ ਜਿਹੜੀ ਆ ਉਹ ਵੀ ਮਚਾਈ ਜਾ ਸਕਦੀ ਹੈ ਇਹਦੇ 'ਚ। ਜਨਤਾ ਤਾਂ ਬੜਾ ਕੁਛ ਹੋਣਾ, ਜਿਹੜਾ ਉਹ ਤਾਂ ਬੜਾ ਕੁਛ ਹੋਣਾ। ਸੋ ਜਿਹੜੀ ਕੱਲ ਨਵਜੋਤ ਸਿੰਘ ਸਿੱਧੂ ਦੀ ਉੱਥੇ ਦੀ ਫੇਰੀ ਹੈ, ਉਹ ਫੇਰੀ ਪਾਤੀ ਤੇ ਉਹਨੇ ਨਾਲ ਦੀ ਨਾਲ ਵੀਡੀਓ ਪਾਤੀ। ਉਹ ਵੀਡੀਓ ਤੇ ਆ ਗਈ ਜੀ, ਇਹਨਾਂ ਦੋਨਾਂ ਚੀਜ਼ਾਂ ਨੂੰ ਜਨਤਕ ਕਰ ਦਿਓ, ਹੋ ਹੀ ਨਹੀਂ ਸਕਦੀਆਂ। ਤੇ ਮੇਰੇ ਖਿਆਲ ਮੁਤਾਬਕ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਇਹ ਗੱਲ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਹੁਤ ਵਧੀਆ 24 ਘੰਟਿਆਂ ਦਾ ਸਿਲਸਿਲਾ ਚੱਲ ਗਿਆ, ਜਿਹੜਾ ਇੱਕ ਵਾਰੀ ਚਲੋ ਉੱਥੇ ਨਹੀਂ, ਪਰ ਉਹਦੇ ਤੇ ਤੁਸੀਂ ਦੇਖੋ ਕਿ ਇਹਦੇ ਤੇ ਰਿਐਕਟ ਕਿਹਦਾ ਹੈ? ਕਿਸੇ ਨੇ ਗੋਲੇ ਨਹੀਂ ਨੂੰ। ਜਿਹੜਾ ਨਵਜੋਤ ਸਿੰਘ ਸਿੱਧੂ ਕਿਸੇ ਜ਼ਮਾਨੇ ਦੇ ਵਿੱਚ ਇੱਕ ਅਸੈਟ ਸੀ। ਕਾਂਗਰਸ ਪਾਰਟੀ ਕਹਿੰਦੀ ਸੀ ਸਾਡੇ ਕੋਲੇ ਸਰਮਾਇਆ, ਬੀਜੇਪੀ ਕਹਿੰਦੀ ਸੀ ਸਾਡੇ ਕੋਲੇ ਸਰਮਾਇਆ, ਦੂਜੀਆਂ ਪਾਰਟੀਆਂ ਵਾਲੇ ਕਹਿੰਦੇ ਸਾਡੇ ਵੱਲ ਆ ਜੇ, ਸਾਡੇ ਵੱਲ ਆ ਜੇ। ਉਹਨੇ ਹੁਣ ਜਿਹੜਾ ਉਹਦਾ ਟਾਈਮ ਸੀ, ਉਹ ਟਾਈਮ ਉਹਨੇ ਗਵਾ ਲਿਆ। ਪਰ ਇਹਦੇ ਢਿੱਲੋਂ ਸਾਹਿਬ ਜਿਵੇਂ ਆਖਿਆ ਕਿ ਗੋਲਿਆ ਕੋਈ ਨਹੀਂ, ਕਿ ਹੋ ਸਕਦਾ ਕਿ ਸਿਆਣਪ ਦੇ ਨਾਲ ਅਕਾਲੀ ਦਲ ਨੇ ਬਿਆਨ ਵੀ ਨਾ ਦਿੱਤਾ ਹੋਵੇ, ਕਿਉਂਕਿ ਉਹਨਾਂ ਨੂੰ ਵੀ ਪਲਟ ਪੈ ਸਕਦਾ। ਕਾਂਗਰਸ ਨੇ ਚੁੱਪ ਚਪੇਲੀ ਸਮਝੀ ਹੋਵੇ। ਗੱਲ ਤਾਂ ਇਹ ਵੀ ਇਹਦੇ ਕਾਂਗਰਸ ਨੇ ਤਾਂ ਪਹਿਲਾਂ ਵੀ ਨਹੀਂ ਗੱਲ ਕਰਦੀ, ਗੱਲ ਤਾਂ ਵਿਰੋਧੀ ਧਿਰ ਵਾਲਿਆਂ ਨੇ ਇਹਦੇ ਤੇ ਇਹ ਹੈ ਕਿ ਆਹ ਦੇਖੋ ਜੀ, ਨਵਜੋਤ ਸਿੰਘ ਸਿੱਧੂ ਕਹਿੰਦਾ ਕੈਪਟਨ ਕਵੇ ਕੁਛ। ਆਮ ਆਦਮੀ ਪਾਰਟੀ ਨੇ ਵੀ ਕਿਹੜਾ ਬਿਆਨ ਦਿੱਤਾ? ਆਮ ਆਦਮੀ ਪਾਰਟੀ ਨੇ ਨਹੀਂ। ਆਮ ਆਦਮੀ ਪਾਰਟੀ ਦਾ ਬਿਆਨ, ਆਮ ਆਦਮੀ ਪਾਰਟੀ ਤੋਂ ਉਮੀਦ ਸੀਗੀ ਕਿ ਭਗਵੰਤ ਸਿੰਘ ਮਾਨ ਵੀ ਕੋਟਕਪੂਰੇ ਪਹੁੰਚੂਗਾ ਤੇ ਸਿੱਧੂ ਵੀ ਆਊਗਾ, ਕਿਉਂਕਿ ਸਿੱਧੂ ਨੇ ਇਹ ਵੀ ਉੱਥੇ ਚਰਚਾ ਸੀ ਵੀ ਸਵੇਰੇ 7 ਵਜੇ ਆ ਕੇ ਮੁੜ ਗਿਆ, ਬਾਅਦ 'ਚ ਕਹਿੰਦੇ 10:30 ਵਜੇ ਮੈਂ ਇੱਥੇ ਪੁੱਜੂਗਾ, ਪਰ ਉੱਥੇ ਨਹੀਂ ਆਏ। ਬਾਅਦ 'ਚ ਕਹਿੰਦੇ ਜੀ ਕੋਈ ਇਹਨਾਂ ਦੇ ਡੈਥ ਹੋ ਗਈ ਸੀ ਜਾਂ ਇਹੋ ਜਿਹੀ ਕੋਈ ਗੱਲ ਹੋ ਗਈ। ਚਲੋ ਉਹ ਹੋ ਜਾਂਦੀ ਹੈ, ਤੇ ਚਲੋ ਉਹ ਤਾਂ ਪਰਿਵਾਰਕ ਤੌਰ ਦੇ ਉੱਤੇ ਦੁਖਾਂਤ ਕਿਤੇ ਕੋਈ ਵਾਪਰ ਸਕਦਾ ਹੈ, ਉਹ ਹੋ ਸਕਦੀ ਹੈ। ਮੇਰੇ ਖਿਆਲ ਉਹਨਾਂ ਦੇ ਫਾਦਰ ਇਨ ਲਾ ਦੀ ਗੱਲ ਕਹਿੰਦੇ ਸੀ, ਸ਼ਾਇਦ ਉਹਨਾਂ ਦੀ ਡੈਥ ਵਗੈਰਾ ਹੋ ਗਈ, ਉਸ ਪਾਸੇ ਹੈ। ਪਰ ਸਥਿਤੀ ਇਹ ਹੈ ਕਿ ਜਿਹੜਾ ਸਮਾਂ ਜਿਹੜਾ ਹੈਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਉੱਠਦਾ ਬੁੱਲ ਦੇਖ ਰਿਹਾ ਸੀ ਬਈ ਉਹ ਡਿੱਗਦਾ ਕਿ ਨਹੀਂ ਡਿੱਗਦਾ, ਲਮਕ ਰਿਹਾ ਸੀ। ਉਹ ਅਜੇ ਵੀ ਲਮਕੀ ਜਾਂਦਾ, ਉਹ ਤਾਂ ਲਮਕੂਗਾ ਹੀ। ਉੱਠਦਾ ਬੁੱਲ ਅੱਜ ਤੱਕ ਤਾਂ ਡਿੱਗਿਆ ਨਹੀਂ, ਅੱਜ ਤੱਕ ਡਿੱਗਿਆ। ਉਹ ਤੁਸੀਂ ਇਹ ਦੇਖੋ ਕਿ ਜਦੋਂ ਲੋਕਲ ਬਾਡੀ ਦਾ ਮਹਿਕਮਾ ਬਦਲ ਕੇ ਬਿਜਲੀ ਬੋਰਡ ਵਾਲਾ ਦਿੱਤਾ ਹੈ, ਉਦੋਂ ਤੋਂ ਵੇਟ ਕਰ ਰਹੇ, ਫਿਰ ਵੇਟ ਕਾਹਦੀ? ਅੱਛਾ ਢਿੱਲੋਂ ਸਾਹਿਬ, ਇੱਕ ਗੱਲ ਹੈ, ਜੇ ਆਪਾਂ ਕਹੀਏ ਜੇ ਬਿਜਲੀ ਮਹਿਕਮਾ, ਜੇ ਆਪਾਂ ਅਸਲ ਮੈਨੇ ਜਿਵੇਂ ਇਹਨਾਂ ਦੀ ਖੜਕਦੀ ਸੀ, ਆਪਣੇ ਆਪ ਨੂੰ ਕਹਿੰਦੇ ਸੀ, ਤਾਂ ਬਿਜਲੀ ਮਹਿਕਮੇ ਦੇ ਚ ਆ ਕੇ ਤਾਂ ਕਰ ਵੀ ਬਹੁਤ ਕੁਝ ਸਕਦੇ ਸੀ। ਬਿਜਲੀ ਮਹਿਕਮੇ ਦੇ ਜਿਹੜਾ ਕੁਛ ਮਤਲਬ ਹੈ ਬਿਜਲੀ ਮਹਿਕਮੇ ਚ ਕਰ ਸਕਦਾ ਸੀ, ਉਹ ਕਿਤੇ ਹੀ ਨਹੀਂ ਸੀ ਕਰ ਸਕਦਾ। ਬਿਜਲੀ ਮਹਿਕਮੇ ਦੇ ਵਿੱਚ ਹੋਰ ਕੁਝ ਹੁੰਦਾ ਨਾ ਹੁੰਦਾ। ਉਹ ਜਿਵੇਂ ਉਹ ਕਹਿੰਦਾ ਕਿ 25-75 ਦਾ ਰੌਲਾ, 25-75 ਦਾ ਰੌਲਾ, ਉਹ ਜ਼ਰੂਰ ਉਜਾਗਰ ਕਰ ਦਿੰਦਾ, ਉਹਨੂੰ ਐਕਸਪੋਜ਼ ਕਰ ਸਕਦਾ ਸੀ, ਡਾਕੂਮੈਂਟਸ ਤੇ ਕਰ ਸਕਦਾ ਸੀ ਮਹਿਕਮਾ ਉਹਦੇ ਕੋਲੇ। ਬੜਾ ਕੁਝ ਕਰ ਸਕਦਾ। ਪਰ ਗੱਲ ਇੱਕ ਹੋਰ, ਅਗਲਾ ਵੀ ਗੱਲ ਕਰ ਲਓ, ਤੁਸੀਂ ਅਗਲੀ ਗੱਲ ਵੀ ਕਰ ਲਓ। ਹੁਣ ਮੈਂ ਤੁਹਾਨੂੰ ਇਹ ਦੱਸਾਂ, ਜਦੋਂ ਲੋਕਲ ਬਾਡੀ ਛੱਡੀ ਹੈ, ਉਹ ਤੋਂ ਬਾਅਦ ਤੁਹਾਡੇ ਯਾਦ ਹੋਣਾ ਪੰਜਾਬ ਦੇ ਵਿਜੀਲੈਂਸ ਵਿਭਾਗ ਨੇ 1-2 ਅਫਸਰ ਕਾਬੂ ਵੀ ਕੀਤੇ ਸੀ। ਤੁਰੰਤ ਲੋਕਲ ਬਾਡੀ ਦਾ ਕਾਫੀ ਸਾਰਾ ਰਿਕਾਰਡ ਵੀ ਚੁੱਕ ਲੈ ਕੇ ਗਏ ਸੀ। ਇਹ ਜੋ ਪਬਲਿਕ ਹੈ ਨਾ, ਸਭ ਜਾਣਤੀ ਹੈ ਜੀ। ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਦੇਖਣ ਨੂੰ ਆਪਾਂ ਨੂੰ ਇਹ ਲੱਗਦਾ ਵੀ ਸਾਰਾ ਕੁਝ ਠੀਕ ਠਾਕ ਹੈ। ਉਹ ਕਹਿੰਦੇ ਹੁੰਦੇ ਨਾ ਵੀ ਸਾਉਣ ਦੇ ਇੰਨੇ ਨੂੰ ਹਰਾ ਹੀ ਦਿਖਦਾ ਕਿ ਸਾਉਣ ਦੇ ਵਿੱਚ ਨਾ ਹੁੰਦਾ, ਉਦੋਂ ਘਰ ਸਾਰੇ ਪਾਸੇ ਹਰਿਆਲੀ ਹੁੰਦੀ ਹੈ। ਬਾਅਦ ਦੇ ਵਿੱਚ ਜਦੋਂ ਪਤਝੜ ਆਉਂਦੀ ਹੈ, ਕਿ ਉਹਨੇ ਤਾਂ ਪਤਝੜ ਤਾਂ ਦੇਖੀ ਨਹੀਂ ਹੁੰਦੀ। ਇਹ ਕਈ ਚੀਜ਼ਾਂ ਇਹੋ ਜਿਹੀਆਂ, ਬੜਾ ਕੁਛ ਹੈ ਇਹਦੇ ਵਿੱਚ। ਅੱਛਾ ਢਿੱਲੋਂ ਸਾਹਿਬ, ਕੁੰਵਰ ਵਿਜੇ ਪ੍ਰਤਾਪ ਦੇ ਅਸਤੀਫੇ ਦੀ ਗੱਲ ਕਰੀਏ, ਇਸੇ ਨੂੰ ਆਪਾਂ ਉੱਧਰ ਲੈ ਕੇ ਚੱਲੇ, ਕਿਉਂਕਿ ਸਿੱਧੂ ਦੀ ਵੀ ਪੋਲੀਟਿਕਸ, ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ, ਜਿਵੇਂ ਤੁਸੀਂ ਆਖਿਆ ਕਿ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਸੀਗੇ, ਸਰਕਾਰ ਨੇ ਇੱਕਦਮ ਰਿਐਕਟ ਕਰਕੇ ਕਹਿਤਾ ਕਿ ਸਾਨੂੰ ਲੋੜ ਹੈ ਇਹੋ ਜਿਹੇ ਅਫਸਰਾਂ ਦੀ। ਦੇਖੋ ਗੱਲ ਹੈ, ਕੰਵਰ ਵਿਜੇ ਪ੍ਰਤਾਪ ਸਿੰਘ ਦੀ ਪਹਿਲੀ ਗੱਲ ਤਾਂ ਮੈਂ ਕਹੂੰਗਾ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਜੇ ਉਹਦੀ ਥਾਂ ਦੇ ਉੱਤੇ ਤੁਸੀਂ ਵੀ ਹੁੰਦੇ ਤੇ ਇਹ ਜਿਹੇ ਹਾਲਾਤ ਦੇ ਵਿੱਚ ਤੁਹਾਨੂੰ ਵੀ ਅਸਤੀਫਾ ਦੇਣਾ ਹੀ ਪੈਣਾ ਸੀ। ਕੰਵਰ ਵਿਜੇ ਪ੍ਰਤਾਪ ਸਿੰਘ ਇੱਕ ਗੈਰਤਮੰਦ ਆਫੀਸਰ ਹੈ ਜੀ। ਜਦੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਵੇਲੇ ਜਿਹੜੇ ਖੱਬੀ ਖਾਨ ਪੁਲਿਸ ਅਫਸਰ ਹੈ, ਜਿਹਨੂੰ ਕਹਿੰਦੇ ਸੀ ਤੁਸੀਂ ਆ ਜਾਓ, ਕੋਈ ਨਹੀਂ ਆਇਆ ਸੀ। ਜਿਹੜੇ 5 ਲਾਏ ਸੀ, ਉਹਨਾਂ 5 ਦੇ ਵਿੱਚੋਂ 4 ਜਣੇ ਆ ਜਿਹੜੇ ਉਹ ਪਾਸੇ ਚਲੇ ਗਏ ਸੀ। ਕੰਵਰ ਵਿਜੇ ਪ੍ਰਤਾਪ ਸਿੰਘ ਇਕੱਲਾ ਰਹਿ ਗਿਆ ਜੀ। ਇਕੱਲੇ ਬੰਦੇ ਨੇ ਲੜਾਈ ਲੜੀ ਔਰ ਉਸ ਬੰਦੇ ਨੇ ਲੜਾਈ ਲੜ ਕੇ ਆਪਦੀ ਜ਼ਿੰਮੇਵਾਰੀ ਨਿਭਾਈ। ਉਹਨੇ ਇੱਕ ਰਿਪੋਰਟ ਤਿਆਰ ਕਰਤੀ ਜੀ। ਔਰ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਇਮਾਨਦਾਰੀ ਦੇ ਉੱਤੇ, ਉਹਦੀ ਸਮਰੱਥਾ ਦੇ ਉੱਤੇ, ਉਹਦੀ ਡੈਡੀਕੇਸ਼ਨ ਦੇ ਉੱਤੇ ਜੀ, ਉਹਦੀ ਜਿਹੜੀ ਹੈਗੀ ਕਮਿਟਮੈਂਟ, ਉਹਦੇ ਤੇ ਕੋਈ ਬੰਦਾ ਉਂਗਲ ਨਹੀਂ ਉਠਾ ਸਕਦਾ ਜੀ, ਸਿਵਾਏ ਇਸ ਗੱਲ ਦੇ ਕਿ ਕੁਝ ਪੁਲਿਸ ਅਫਸਰ ਜਿਨ੍ਹਾਂ ਦਾ ਚਲਾਨ ਉਹਨੇ ਕੀਤਾ ਜਾਂ ਜਿਨ੍ਹਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ, ਜਾਂ ਜਿਨ੍ਹਾਂ ਨੂੰ ਇਹ ਪਤਾ ਕਿ ਸਾਡੇ ਨਾਂ ਆਉਣਗੇ ਜੀ,
ਉਹਨਾਂ ਤੋਂ ਇਲਾਵਾ ਪੰਜਾਬ ਦਾ ਇੱਕ ਵੀ ਬੱਚਾ ਨਹੀਂ ਕਹਿੰਦਾ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਨਾਕਾਬਲੇ ਇਤਵਾਰ ਅਫਸਰ ਹੈ। ਸਾਰੇ ਲੋਕ ਕਹਿੰਦੇ ਆ ਇਤਵਾਰਯੋਗ ਹੈ। ਸਭ ਤੋਂ ਵੱਡੀ ਗੱਲ, ਬਹੁਤ ਜਿਹੜੇ ਉਲਝੇ ਹੋਏ ਕੇਸ ਹੁੰਦੇ ਆ ਜੀ, ਜਿੱਥੇ ਕਈ ਵਾਰੀ ਤੁਸੀਂ ਦੇਖੋ ਕਿ ਕੋਈ ਬਹੁਤ ਪ੍ਰੋਮੀਨੈਂਟਲੀ ਕੇਸ ਜਿਹੜਾ ਹੁੰਦਾ ਹੈ ਅਦਾਲਤ ਦੇ ਸਾਹਮਣੇ ਆਉਂਦਾ ਹੈ, ਲੋਕ ਪਟੀਸ਼ਨਾਂ ਪਾਉਂਦੇ ਆ, ਹਾਈ ਕੋਰਟ ਜਾਂਦੇ ਆ। ਹਾਈ ਕੋਰਟ ਕਈ ਵਾਰੀ ਕੀ ਇਹ ਦੇਖਦੀ ਹੈ ਕਿ ਚਲੋ ਜੀ ਠੀਕ ਹੈ, SSP ਤੋਂ ਜਵਾਬ ਮੰਗ ਲਓ, DGP ਤੋਂ ਜਵਾਬ ਮੰਗ ਲਓ, ਲੇਕਿਨ ਜਿਹੜੇ ਬਹੁਤ ਅਹਿਮ ਕੇਸ ਹੁੰਦੇ ਆ ਉਹਨਾਂ ਮਾਮਲੇ ਦੇ ਵਿੱਚ ਹਾਈ ਕੋਰਟ ਆਪਣੇ ਪੱਧਰ ਤੇ, ਜਿਵੇਂ CBI ਦੀ ਪੜਤਾਲ ਲਾ ਦਿੰਦੀ ਹੈ, ਉਹ ਆਪਣੀ ਪੜਤਾਲ ਲਾ ਦਿੰਦੀ ਹੈ। ਕਈ ਆਪਸ਼ਨ ਹੈ ਹਾਈ ਕੋਰਟ ਕੋਲ ਅਧਿਕਾਰ ਹੁੰਦੇ ਕਿ ਉਹ ਕਿਸੇ ਮਾਮਲੇ ਦੀ ਪੜਤਾਲ ਚਾਹੇ ਸੈਸ਼ਨ ਜੱਜ ਨੂੰ ਲਾ ਦੇ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਲਾ ਦੇ, ਕਿਸੇ ਜੂਨੀਅਰ ਮੈਜਿਸਟ੍ਰੇਟ ਨੂੰ ਲਾ ਦੇਵੇ। ਉਸ ਮਾਮਲੇ ਦੀ ਪੜਤਾਲ ਉਹ ਚਾਹੇ CBI ਨੂੰ ਦੇ ਦੇਵੇ, ਜੇ ਚਾਹੇ ਤਾਂ ਉਹ NIA ਨੂੰ ਵੀ ਦੇ ਸਕਦੀ ਹੈ, ਜੇ ਚਾਹੇ ਤਾਂ ਉਹ ਕਿਸੇ ਡਿਵੀਜ਼ਨਲ ਕਮਿਸ਼ਨਰ ਨੂੰ ਵੀ ਕਹਿ ਸਕਦੀ ਹੈ ਤੇ ਕਿਸੇ ਪੁਲਿਸ ਅਫਸਰ ਨੂੰ ਵੀ ਕਹਿ ਸਕਦੀ ਹੈ। ਕਈ ਬੜੇ ਇੰਪੋਰਟੈਂਟ ਕੇਸ ਹੈ ਜਿਹੜੇ ਕੇਸਾਂ ਨੂੰ ਮਾਣਯੋਗ ਹਾਈ ਕੋਰਟ ਨੇ ਆਪਣੇ ਆਪ ਕਿਹਾ ਕਿ ਇਸ ਕੇਸ ਦੀ ਠੀਕ ਤਰੀਕੇ ਨਾਲ ਪੜਤਾਲ ਕੌਣ ਕਰ ਸਕਦਾ? ਕੰਵਰ ਵਿਜੇ ਪ੍ਰਤਾਪ ਸਿੰਘ ਦੇ ਉੱਤੇ ਹਾਈ ਕੋਰਟ ਨੇ ਕਈ ਵਾਰੀ ਜੀ ਵਿਸ਼ਵਾਸ ਜਤਾਇਆ, ਉਹਦੀ ਜਿਹੜੀ ਹੈਗੀ ਹੈ ਕਾਬਲੀਅਤ, ਉਹਦੀ ਕਾਬਲੀਅਤ ਨੂੰ ਮਾਨਤਾ ਦਿੱਤੀ ਹੈ ਕਿ ਹਾਂ ਇਹ ਬੰਦਾ ਠੀਕ ਕਰੂ। ਤੇ ਦਾ ਕਾਰਨ ਹੈ, ਤੁਹਾਡੀ ਯਾਦ ਹੋਣਾ ਹੈ ਇੱਕ ਗੁਰਦਾ ਕਾਂਡ ਹੋਇਆ ਸੀ ਅੰਮ੍ਰਿਤਸਰ 'ਚ, ਬਹੁਤ ਪਹਿਲਾਂ ਜਦੋਂ ਗੁਰਦਾ ਕਾਂਡ ਹੋਇਆ ਸੀ। ਉਸ ਗੁਰਦਾ ਕਾਂਡ ਵੇਲੇ ਅੰਮ੍ਰਿਤਸਰ ਦਾ ਡਾਕਟਰ ਸਰੀਨ ਵਾਲਾ ਉਹਦਾ SSP ਕੰਵਰ ਵਿਜੇ ਪ੍ਰਤਾਪ ਸਿੰਘ ਸੀ ਜੀ। ਜਿਸ ਢੰਗ ਦੇ ਨਾਲ ਇਹਨੇ ਉਸ ਕੇਸ ਨੂੰ ਡੀਲ ਕੀਤਾ ਸੀ ਤੇ ਜਿਵੇਂ ਪ੍ਰੈਸ਼ਰ ਨੂੰ ਇਹਨੇ ਪਾਸੇ ਕੱਢ ਕੇ ਰੱਖਤਾ ਸੀ, ਕੋਈ ਪੋਲੀਟੀਕਲ ਪ੍ਰੈਸ਼ਰ ਇਸ ਬੰਦੇ ਨੇ ਨਹੀਂ ਸੀ ਮੰਨਿਆ, ਉਹਦੇ ਨਾਲ ਉਹਦੀ ਕ੍ਰੈਡੀਬਿਲਿਟੀ ਬਣੀ ਹੈ ਜੀ। ਜਿੰਨੇ ਅਹਿਮ ਕੇਸ ਆਇਆ ਗੈਂਗਸਟਰਾਂ ਦੇ ਉਕੂ ਦੇ ਵਿੱਚ ਵੀ ਬੰਦਾ ਲੱਗਿਆ ਰਿਹਾ, ਗੈਂਗਸਟਰਾਂ ਵਾਲੇ ਮਾਮਲੇ ਦੇ ਵਿੱਚ ਵੀ ਉਹਨੇ ਕਦੇ ਕਿਸੇ ਦੇ ਉੱਤੇ ਕੋਈ ਮਤਲਬ ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਹੈ। ਇਹਦਾ ਚੱਲਦਿਆਂ ਹੁਣ ਜਦੋਂ ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਕਿ ਬੰਦਾ ਨਾਕਾਬਲੇ ਇਤਵਾਰ ਹੈ ਜੀ, ਇਹ ਵੈਸਟ ਹੈ, ਭਾਵੇਂ ਹਾਈ ਕੋਰਟ ਨੇ ਆਪਦੇ ਅਜੇ ਤੱਕ ਕੋਈ ਜਜਮੈਂਟ ਸਾਹਮਣੇ ਨਹੀਂ ਹੈ, ਜੇ ਉਹਨੂੰ ਉਹਦੀ ਜਿਹੜੀ ਹੈਗੀ ਹੈ ਰਿਪੋਰਟ, ਜਿਹੜੀ ਉਹਦੀ ਤਫਤੀਸ਼ ਹੈ, ਜਿਹੜੀ ਉਹਦੀ ਜੋ ਉਹਨੇ ਤੱਥ ਇਕੱਠੇ ਕੀਤੇ ਉਹਨੂੰ ਹਾਈ ਕੋਰਟ ਨੇ ਰੱਦ ਕਰਤਾ ਜੀ। ਜਿਹੜੇ ਉਹਨਾਂ ਨੇ 9 ਚਲਾਨ ਪੇਸ਼ ਕੀਤੇ ਉਹਨਾਂ ਨੂੰ ਰੱਦ ਕਰ ਦਿੱਤਾ। ਜੇ ਹਾਈ ਕੋਰਟ ਨੇ ਇਹ ਕਹਿ ਦਿੱਤਾ ਕਿ ਇਹ ਬੰਦਾ SIT ਦਾ ਮੈਂਬਰ ਨਹੀਂ ਰਹੂਗਾ, SIT ਨਵੀਂ ਬਣਾਈ ਜਾਵੇ, ਕੰਵਰ ਵਿਜੇ ਪ੍ਰਤਾਪ ਸਿੰਘ ਉਹਦੇ ਤੇ ਨਾ ਪਾਇਆ ਜਾਵੇ ਜੀ। ਸੋ ਜਿਹੜੀ ਹਾਈ ਕੋਰਟ ਨੇ ਉਹਦੇ ਵਿੱਚ ਇਤਵਾਰ ਪ੍ਰਗਟ ਕੀਤਾ ਸੀ, ਤੇ ਜੇ ਉਹੀ ਹਾਈ ਕੋਰਟ ਦਾ ਇਤਵਾਰ ਉੱਠ ਜਾਵੇ ਤੇ ਬੰਦਾ ਕੀ ਕਰੂਗਾ? ਫਿਰ ਉਹਨੂੰ ਅਸਤੀਫਾ ਹੀ ਦੇਣਾ ਪਊਗਾ। ਵੈਸੇ ਮੈਂ ਇੱਥੇ ਸਪਸ਼ਟ ਕਰ ਦਵਾਂ ਕਿ ਸਾਰੇ ਅਖਬਾਰਾਂ ਬਹੁਤ ਸਾਰਿਆਂ ਨੇ ਲਿਖਿਆ ਜਿਹਨੂੰ ਅਸਤੀਫਾ ਦਿੱਤਾ, ਉਹਨੇ ਅਸਤੀਫਾ ਨਹੀਂ ਦਿੱਤਾ, ਪ੍ਰੀ ਮੈਚੁਰ ਰਿਟਾਇਰਮੈਂਟ ਵਾਸਤੇ ਉਹਨੇ ਇੱਕ ਐਪਲੀਕੇਸ਼ਨ ਦਿੱਤੀ ਹੈ ਕਿ ਜੀ ਮੈਨੂੰ ਤੁਸੀਂ ਰਿਟਾਇਰ ਕਰ ਦਿਓ। ਉਸੇ ਐਪਲੀਕੇਸ਼ਨ ਦੇ ਵਿੱਚ ਉਹਨੇ ਇਹ ਵੀ ਲਿਖਿਆ ਕਿ ਮੈਨੂੰ ਜਿਹੜੀ ਹੈਗੀ ਹੈ ਤੁਸੀਂ ਜਿਹੜਾ ਨੋਟਿਸ ਦੇਣ ਦਾ ਸਮਾਂ ਉਹਦੇ ਤੋਂ ਵੀ ਮੈਨੂੰ ਛੋਟ ਦੇ ਦਿੱਤੀ ਹੈ, ਮੈਨੂੰ ਇੱਕਦਮ ਤੁਸੀਂ ਫਾਰਗ ਕਰ ਦਿਓ। ਹਾਲਾਂਕਿ ਮੁੱਖ ਮੰਤਰੀ ਨੇ ਕਹਿ ਦਿੱਤਾ ਨਹੀਂ, ਕਾਬਲ ਬੰਦਾ ਹੈ, ਸਾਨੂੰ ਇਹਦੇ ਤੇ ਯਕੀਨ ਹੈ, ਸਮਰੱਥ ਹੈ, ਇਹ ਬੰਦਾ ਰਹੂਗਾ, ਅਸੀਂ ਇਹਦੇ ਨਾਲ ਖੜੇ ਹਾਂ, ਡਟ ਕੇ ਖੜਾਂਗੇ। ਜੋ ਇਹ ਫੈਸਲਾ ਹਾਈ ਕੋਰਟ ਦਾ ਇਹਨੂੰ ਅਸੀਂ ਚੁਣੌਤੀ ਦੇ ਰਹੇ, ਜਜਮੈਂਟ ਹਾਲੇ ਆਈ ਨਹੀਂ, ਜਦੋਂ ਲਿਖਤੀ ਜਜਮੈਂਟ ਆ ਗਈ ਚੁਣੌਤੀ ਦੇਵਾਂਗੇ। ਜੇ ਡਿਵੀਜ਼ਨ ਬੈਂਚ ਕੋਲੇ ਦੇਣ ਦੀ ਲੋੜ ਪਈ ਉੱਥੇ ਦੇਵਾਂਗੇ, ਨਹੀਂ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ। ਕਿਉਂਕਿ ਮੁੱਖ ਮੰਤਰੀ ਵਾਸਤੇ ਵੀ ਇੱਕ ਬਹੁਤ ਵੱਡਾ ਜਿਹੜਾ ਹੈਗਾ ਸੇਧ ਦਾ ਤਕਲਾ ਬਿਲਕੁਲ ਉਹਦੇ ਹੈ ਕਿ ਜੇ ਮੁੱਖ ਮੰਤਰੀ ਹੁਣ ਇਹ ਹਾਈ ਕੋਰਟ ਨੇ ਕਹਿਤਾ ਤੈਨੂੰ ਚੁੱਪ ਕਰਕੇ ਉਹਨੇ ਮੰਨ ਲਿਆ ਤਾਂ ਲੋਕ ਕਹਿ ਗਏ ਦਾਵਾ ਤਾਂ ਲਾਈ ਜਾਂਦੇ ਕਿ ਉਹਨਾਂ ਦਾ ਜਿਹੜਾ ਐਡਵੋਕੇਟ ਜਨਰਲ ਬਾਰੇ ਤਾਂ ਮੇਰੀ ਉਹਦੇ ਤੇ ਮੈਂ ਵੀ ਹੈ। ਐਡਵੋਕੇਟ ਜਨਰਲ ਜਿਹੜਾ ਹੈਗਾ, ਐਡਵੋਕੇਟ ਜਨਰਲ ਜਿਸ ਢੰਗ ਦੇ ਨਾਲ ਲਾਇਆ ਹੈ, ਤੇ ਜਿਵੇਂ ਉਹ ਐਡਵੋਕੇਟ ਜਨਰਲ ਦੇ ਬਾਰੇ ਤੇ ਮੈਂ ਤੁਹਾਨੂੰ ਇੱਕ ਵਾਰੀ ਗੱਲ ਦੱਸਣੀ ਚਾਹੂੰਗਾ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ, ਉਦੋਂ ਵੀ ਇੱਕ ਐਡਵੋਕੇਟ ਜਨਰਲ ਇਹੋ ਜਿਹਾ ਸੀ, ਜਿਹੋ ਜਿਹਾ ਅਤੁਲ ਨੰਦਾ ਹੋਣਾ ਹੈ, ਉਦੋਂ ਵੀ ਸੀ ਉਹ ਬੰਦਾ। ਉਹ ਬੰਦੇ ਦੀ ਜਿਹੜੀ ਕਾਰਗੁਜ਼ਾਰੀ ਵੀ ਹੈ ਬਹੁਤੀ ਚੰਗੀ ਨਹੀਂ ਸੀ ਜੀ। ਕੁਝ ਅਕਾਲੀ ਲੀਡਰਾਂ ਨੇ ਬਾਦਲ ਸਾਹਿਬ ਨੂੰ ਕਿਹਾ ਜੀ ਵੇਖੋ ਇਹ ਆਪਣਾ ਐਡਵੋਕੇਟ ਜਨਰਲ ਤਾਂ ਆਪਣੇ ਵਾਸਤੇ ਬਦਨਾਮੀ ਖੜਦਾ ਤੇ ਆਪਾਂ ਇਹਨੂੰ ਬਦਲ ਦਈਏ। ਬਾਦਲ ਸਾਹਿਬ ਕਹਿੰਦੇ ਕੋਈ ਨਹੀਂ, ਜੇ ਕਿਹੜੀ ਹੈ ਆਹ ਫਲਾਣਾ ਕੇਸ ਵੀ ਹਾਰ ਗਏ ਤਾਂ ਗਾਂਹ ਨੂੰ ਵੇਖ ਲਾਂਗੇ, ਗਾਹ ਨੂੰ ਠੀਕ ਚੱਲੂਗਾ। ਉਹ ਕਹਿੰਦੇ ਨਹੀਂ ਜੀ ਇਹ ਤਾਂ ਕਾਬਲੀਅਤ ਨਹੀਂ, ਕਹਿੰਦਾ ਇਹਦੇ 'ਚ ਵਫਾਦਾਰੀ ਤਾਂ ਹੈ ਨਾ, ਮੇਰਾ ਲੋਇਲ ਤਾਂ ਹੈ ਨਾ, ਮੇਰਾ ਵਫਾਦਾਰ ਹੈ, ਇਹਨੂੰ ਇਸ ਕਰਕੇ ਰੱਖਿਆ। ਅਕਾਲੀ ਲੀਡਰਾਂ ਨੇ ਕੀ ਬੋਲਣਾ ਸੀ ਉਦੋਂ ਬਾਅਦ? ਹੁਣ ਗੱਲ ਇਹ ਕਿ ਇਹਦੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਵਫਾਦਾਰੀ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨਹੀਂ ਬੋਲਦਾ, ਨਹੀਂ ਤਾਂ ਤੁਸੀਂ ਦੇਖੋ ਪਰ ਪੰਜਾਬ ਨਾਲ ਤਾਂ ਵਫਾਦਾਰੀ ਕਰਦੇ ਭਰਾਵਾ। ਨਹੀਂ ਉਹ ਤਾਂ ਪੰਜਾਬ ਦੀ ਵਫਾਦਾਰੀ ਵਾਲੀ ਗੱਲ ਅੱਗੇ ਹੋਣੀ ਆ, ਉਹ ਤੋਂ ਅੱਗੇ ਜਿਹੜੀ ਹੈਗੀ ਕਾਂਗਰਸ ਪਾਰਟੀ ਦੀ ਵਫਾਦਾਰੀ ਦਾ ਮਾਮਲਾ। ਇੱਕ ਵਾਰੀ ਮੀਟਿੰਗ ਹੋਈ ਸੀ ਤੇ ਉਸ ਮੀਟਿੰਗ ਦੇ ਵਿੱਚ ਸ਼ਰੇਆਮ ਸੁਨੀਲ ਜਾਖੜ ਨੇ ਕਿਹਾ ਸੀਗਾ ਜਿਹੜੇ ਬਿਜਲੀ ਦੇ ਬਿੱਲ ਸਾਨੂੰ ਕੋਲੇ ਦੇ ਖਰਚੇ ਪਤਾ ਨਹੀਂ ਕੀ ਉਹਨੇ ਕਿਹਾ ਸੀਗਾ ਵੀ ਤੂੰ ਸਾਨੂੰ ਹਰਾਉਣ ਵਾਸਤੇ ਤੂੰ ਹਰਾ ਹੀ ਰਿਹਾ ਸਾਰਾ ਕੁਛ, ਤੇਰੀ ਡਿਊਟੀ ਕੇਸ ਜਿਤਾਉਣ ਵਾਸਤੇ ਨਾ ਕਿ ਹਰਾਉਣ ਵਾਸਤੇ, ਇਹ ਗੱਲ ਕਹੀ ਸੀ। ਅਗਲੀ ਗੱਲ ਜਿਹੜੀ ਆਪਾਂ ਇਹ ਕਹਿ ਦਈਏ ਨਾ ਕਿ ਜੇ ਕੰਵਰ ਵਿਜੇ ਤੁਹਾਡਾ ਅਤੁਲ ਨੰਦਾ ਉੱਥੇ ਪੂਰਾ ਜ਼ੋਰ ਵੀ ਲਾ ਦਿੰਦਾ ਹਾਈ ਕੋਰਟ, ਕੀ ਤੁਹਾਡਾ ਖਿਆਲ ਹੈ ਫਿਰ ਉਹਦੇ ਮੁਤਾਬਕ ਇਹ ਫੈਸਲਾ ਹੱਕ 'ਚ ਹੋ ਜਾਂਦਾ? ਮੈਂ ਇਹਦੇ ਨਾਲ ਸਹਿਮਤ ਨਹੀਂ, ਕਿਉਂਕਿ ਇਹ ਫੈਸਲਾ ਕਿਵੇਂ ਹੋਇਆ, ਇਹ ਮੈਰਿਟ ਹੈ ਡੀਮੈਰਿਟ ਹੈ, ਮੈਂ ਉਹਦੇ ਵਿੱਚ ਨਹੀਂ ਪੈਂਦਾ। ਮੈਂ ਇੰਡੀਅਨ ਸਟੇਟ ਦੇ ਕਰੈਕਟਰ ਨੂੰ ਜਾਣਦਾ ਕਿ ਕਈ ਵਾਰੀ ਸਟੇਟ ਕੀ ਕਰਦੀ ਹੈ, ਜਿਹੜੀਆਂ ਹਾਈ ਕੋਰਟਾਂ ਸੁਪਰੀਮ ਕੋਰਟ ਹੈ ਕੌਣ ਹੈ,
ਇਹ ਤਾਂ state state ਦਾ ਦਾ ਹਿੱਸਾ ਹੈ। ਕਿੰਨੇ ਜੱਜਾਂ ਦੀ ਆਪਾਂ ਗੱਲ ਕਰਾਂਗੇ ਜਿਹੜੇ ਜੱਜਾਂ ਨੇ ਪਹਿਲਾਂ ਮਤਲਬ ਸਰਵਿਸ ਦੇ ਵਿੱਚ ਰਹਿੰਦੇ ਹੈ ਤੇ ਸਰਵਿਸ ਦੇ ਵਿੱਚੋਂ ਨਾਲ ਜਦੋਂ ਫੈਸਲੇ ਕੁਛ ਕਰਦੇ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਨਵੀਂ ਨਿਯੁਕਤੀਆਂ ਮਿਲ ਜਾਂਦੀਆਂ, ਮੈਂਬਰ ਪਾਰਲੀਮੈਂਟ, ਗਵਰਨਰ, ਰਿਸ਼ਵਰਨਰ। ਇੱਕ ਵਾਰੀ ਅਰੁਣ ਜੇਤਲੀ ਜਿਹੜੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਸੀ, ਉਹਨਾਂ ਨੇ ਗੱਲ ਕਹੀ ਸੀ, ਉਹ ਇੱਕ ਵਾਰੀ ਬੋਲ ਰਹੇ ਸੀਗੇ ਰਾਜ ਸਭਾ ਦੇ ਵਿੱਚ, ਉਹਨੇ ਕਿਹਾ ਸੀਗਾ ਵੀ ਘੱਟੋ ਘੱਟ ਜਿਹੜੇ ਹਾਈ ਕੋਰਟਾਂ ਦੇ ਜੱਜ ਹੈ, ਸੁਪਰੀਮ ਕੋਰਟਾਂ ਦੇ ਜੱਜ ਹੈ, ਇਹਨਾਂ ਦੇ ਉੱਤੇ ਜਦੋਂ ਇਹਨਾਂ ਨੇ ਰਿਟਾਇਰ ਹੋਣੇ 2 ਸਾਲ ਦਾ ਕੈਪ ਲਾਇਆ ਜਾਵੇ, 2 ਸਾਲ ਦਾ ਇਹਨਾਂ ਤੇ ਕੈਪ ਲਾਇਆ ਜਾਵੇ, ਇਹਨਾਂ ਨੂੰ ਕਿਸੇ ਥਾਂ ਤੇ ਨਵੀਂ ਨਿਯੁਕਤੀ ਨਾ ਕੀਤੀ ਜਾਵੇ ਤਾਂ ਕਿ ਜਿਹੜੀ ਪ੍ਰੈਸਟੀਜ ਹੈ ਅਦਾਲਤ ਦੀ, ਜੁਡੀਸ਼ਰੀ ਦੀ, ਉਹ ਬਣੀ ਰਹਿ ਜੇ। ਜਦੋਂ ਆਪਾਂ ਉਹਨਾਂ ਨੂੰ 2 ਸਾਲ ਦੇ ਵਿੱਚ ਨਾ ਲਾਵਾਂਗੇ ਤੇ ਉਹ ਕੋਈ ਫੈਸਲਾ ਇਹੋ ਜਿਹਾ ਨਹੀਂ ਕਰਨਗੇ। ਫੈਸਲੇ ਕਰਵਾਏ ਜਾਂਦੇ। ਜੇ ਹੁਣ ਆਪਾਂ ਇਕੱਲੇ ਬੰਦੇ ਦੀ ਗੱਲ ਕਰ ਰਹੇ ਹੋ, ਤੁਸੀਂ ਜੱਜ ਲੋਇਆ ਸੀ, ਜੱਜ ਲੋਇਆ ਨੇ ਨਹੀਂ ਮੰਨੀ ਸੀ, ਗੱਡੀ ਚੜਾ ਇਹ ਹਾਲਤ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਕਿਵੇਂ ਹਾਲਾਤ, ਮੌਤ ਤਾਂ ਉਹਦੀ ਭੇਦ ਭਰੇ ਹਾਲਾਤ ਦੇ ਵਿੱਚ ਹੋਈ। ਜਸਟਿਸ ਕੁਰੈਸ਼ੀ ਤ੍ਰਿਪੁਰਾ ਦੇ ਚੀਫ ਜਸਟਿਸ ਹੈ, ਕੋਲੋਜੀਅਮ ਦੀ ਮੀਟਿੰਗ ਹੀ ਨਹੀਂ ਹੋ ਸਕੀ। 13-14 ਮਹੀਨੇ ਚੀਫ ਜਸਟਿਸ ਰਹਿ ਗਏ ਐਸੇ ਬੋਬੜੇ ਸਾਹਿਬ। ਕਿਉਂ ਨਹੀਂ ਹੋਈ? ਕਿਉਂਕਿ ਜਸਟਿਸ ਕੁਰੈਸ਼ੀ ਸੀ ਜਿਹਨੇ ਗੁਜਰਾਤ ਦੇ ਵਿੱਚ ਜੱਜ ਹੁੰਦੇ ਆ ਅਮਿਤ ਸ਼ਾਹ ਨੂੰ ਤੜੀ ਪਾਰ ਕੀਤਾ ਸੀ, ਅੰਦਰ ਕੀਤਾ ਸੀ, ਤੜੀ ਪਾਰ ਕੀਤਾ ਜਾਂ ਅੰਦਰ ਕੀਤਾ, ਉਹਨੇ ਉਹ ਕੀਤਾ ਸੀਗਾ। ਉਹਦਾ ਨਤੀਜਾ ਇਹ ਹੋਇਆ ਕਿ ਉਸ ਬੰਦੇ ਨੂੰ ਬਾਹਰ ਬਦਲਤਾ, ਬਾਹਰ ਬਦਲਣ ਤੋਂ ਬਾਅਦ ਉਹਨੂੰ ਬਹੁਤ ਛੋਟੀ ਹਾਈ ਕੋਰਟ ਦਾ ਲਾਇਆ ਹੋਇਆ। ਹੁਣ ਕਿਉਂਕਿ ਜੇ ਜਸਟਿਸ ਕੁਰੈਸ਼ੀ ਸੁਪਰੀਮ ਕੋਰਟ ਦਾ ਜੱਜ ਬਣਦਾ ਹੈ ਤਾਂ ਉਹਨੇ ਸੁਪਰੀਮ ਕੋਰਟ ਦਾ ਚੀਫ ਜੱਜ ਵੀ ਬਣਨਾ। ਉਹਨੂੰ ਚੀਫ ਜੱਜ ਬਣਨ ਤੋਂ ਰੋਕਣ ਵਾਸਤੇ ਉਹ ਮਤਲਬ ਜਿਹੜੀ ਇਕੋਲੋਜੀਅਮ ਨਹੀਂ ਜੁੜਦੀ ਕਿ ਇੱਥੇ ਸਟੇਟ ਦੀ ਦਖਲਅੰਦਾਜ਼ੀ ਹੈ ਨਹੀਂ। ਇਹਦੇ ਨਾਲ ਹੀ ਜੇ ਅਸੀਂ ਦੇਖੀਏ ਤਾਂ ਜਿਹੜਾ ਸਾਡਾ ਚੋਣ ਕਮਿਸ਼ਨ ਹੈ ਕੰਸਟੀਟਿਊਸ਼ਨਲ ਹੈ। ਚੋਣ ਕਮਿਸ਼ਨ ਦੇ ਅਸ਼ੋਕ ਲਵਾਸਾ ਜਿਹੜੇ ਚੋਣ ਕਮਿਸ਼ਨਰ ਸੀਗੇ, ਨੰਬਰ 2 ਸੀ, ਜਦੋਂ ਉਹਨਾਂ ਨੂੰ ਕਿਵੇਂ ਲਾਂਭੇ ਕੀਤਾ, ਰੇਡਾਂ ਵੱਜੀਆਂ ਔਰ ਉਹ ਬੰਦਾ ਲਾਂਭੇ ਹੋ ਗਿਆ। ਜੇ ਉਹ ਬੰਦਾ ਲਾਂਭੇ ਨਾ ਹੁੰਦਾ, ਅੱਜ ਉਹ ਬੰਦਾ ਇੱਥੇ ਹੁੰਦਾ ਤੇ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਜਿਹੜਾ ਹੈਗਾ ਉਹਨੇ ਬਣਨਾ ਸੀ। ਜਿਹੜਾ ਕੱਲ ਇੱਕ ਨਵੇਂ ਮੁੱਖ ਕਮਿਸ਼ਨਰ ਨੇ ਚਾਰਜ ਲਿਆ, ਉਹਨੂੰ ਲਾਂਭੇ ਕਰਤਾ, ਜਦੋਂ ਰੇਡਾਂ ਵੱਜਣ ਲੱਗੀਆਂ ਬੰਦਾ ਚੁੱਪ ਕਰ ਗਿਆ। ਬਹੁਤ ਕੁਛ ਇਹੋ ਜਿਹੇ ਹੁੰਦੇ ਆ ਵੀ ਜੱਜਾਂ ਦੀਆਂ ਨਿਯੁਕਤੀਆਂ ਕਿਵੇਂ ਹੋਣੀਆਂ, ਜੱਜਾਂ ਦੀਆਂ ਟਰਾਂਸਫਰਾਂ ਕਿਵੇਂ ਹੋਣੀਆਂ, ਕਿਸ ਤਰ੍ਹਾਂ ਕਿਵੇਂ ਕੀ ਕੁਛ ਪ੍ਰਭਾਵਿਤ ਕਰਨਾ, ਬੜਾ ਕੁਛ ਹੁੰਦਾ। ਇੱਕ ਹੋਰ ਜੱਜ ਸਾਹਿਬ ਸੀ ਆਪਣੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਿੱਲੀ 'ਚ ਸੀਗੇ। ਉਹਨਾਂ ਦਾ ਕੀ ਕਸੂਰ ਸੀ ਜੋ ਦਿੱਲੀ ਦੀ ਹਿੰਸਾ ਹੋਈ ਹੈ? ਬੰਦੇ ਹਸਪਤਾਲ ਦੇ ਵਿੱਚ ਪਏ, ਉਹਨਾਂ ਨੂੰ ਜਿਹੜਾ ਹੈਗਾ ਰੈਫਰ ਕਰਨਾ ਕਿਸੇ ਵੱਡੇ ਹਸਪਤਾਲ ਦੇ ਵਿੱਚ, ਬਦਮਾਸ਼ ਬਾਹਰ ਖੜੇ ਵੀ ਨਹੀਂ ਟੱਪਣ ਦਿੰਦੇ। ਬਦਮਾਸ਼ ਵੀ ਉਹ ਜਿਹੜੇ ਹਿੰਦੂ ਭਾਈਚਾਰੇ ਸੇ ਬਾਹਰ ਨਹੀਂ ਨਿਕਲਣ ਦਿੰਦੇ। ਜੱਜ ਸਾਹਿਬ ਨੂੰ ਟੈਲੀਫੋਨ ਕਰਦਾ ਕੋਈ ਬੰਦਾ ਵੀ ਕੀ ਕਰੀਏ ਜੀ, ਹਾਲਤ ਤਾਂ ਬਣੀ ਪਈ ਹੈ। ਜੱਜ ਸਾਹਿਬ ਨੇ ਟੈਲੀਫੋਨ ਦੇ ਉੱਤੇ ਹੀ ਅਦਾਲਤ ਲਾ ਲਈ। ਉਹਨਾਂ ਨੇ ਤਲਬ ਕਰ ਲਿਆ ਕਮਿਸ਼ਨਰ ਨੂੰ ਵੀ ਗੱਲ ਕਰ ਆ ਬੰਦਿਆਂ ਨੂੰ, ਇਹਨਾਂ ਨੂੰ ਤੁਸੀਂ ਸਿਕਿਉਰਿਟੀ ਕਿਉਂ ਨਹੀਂ ਪ੍ਰੋਵਾਈਡ, ਜ਼ਖਮੀ ਹੈ ਬੰਦੇ, ਉਹਦਾ ਇਲਾਜ ਕਿਉਂ ਨਹੀਂ ਕਰਵਾਉਣਾ, ਤੇ ਆ ਜਾਓ ਤੜਕੇ। ਰਾਤ ਨੂੰ ਉਹਨਾਂ ਨੇ ਆਰਡਰ ਪਾਸ ਕਰਤਾ, ਬੰਦੇ ਉਹ ਸ਼ਿਫਟ ਹੋ ਗਏ ਤੇ 48 ਘੰਟਿਆਂ ਤੋਂ ਪਹਿਲਾਂ ਜੱਜ ਸਾਹਿਬ ਦੀ ਜਿਹੜੀ ਟਰਾਂਸਫਰ ਆ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਕਰਤੀ ਸੀ। ਇਸ ਕਰਕੇ ਜੇ ਆਪਾਂ ਇਹ ਗੱਲ ਕਹੀਏ, ਇਹਦੇ ਨਾਲ ਕਈ ਕੁਛ ਦੇਖਣਾ ਪੈਣਾ, ਇਹਦੇ 'ਚ ਬੜਾ ਕੁਛ ਦੇਖਣਾ ਪੈਣਾ, ਕਿਉਂਕਿ ਇੱਕ ਤਾਂ ਇਹ ਹੈ ਕਿ ਇਹਨੂੰ ਕਿਸਾਨ ਅੰਦੋਲਨ ਨਾਲ ਵੀ ਜੋੜ ਕੇ ਦੇਖਣਾ ਪੈਣਾ। ਕਿਸਾਨ ਅੰਦੋਲਨ ਦੀ ਅਗਵਾਈ ਪੰਜਾਬ ਦੇ ਕਿਸਾਨ ਕਰ ਰਹੇ। ਪੰਜਾਬ ਨੂੰ ਜਿਵੇਂ ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡੇ ਵੀ ਦੇਖ ਜੇਰਾ, ਹਰ ਥਾਂ ਦੇ ਉੱਤੇ ਇਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ। ਆੜ੍ਹਤੀਆਂ ਦੇ ਮੁੱਦੇ ਤੇ, ਕਿਸਾਨੀ ਦੇ ਮੁੱਦੇ ਤੇ, ਹਰ ਥਾਂ ਤੇ ਇਹਦੇ ਤੇ ਵੀ ਪੰਜਾਬ ਨੂੰ ਸਜ਼ਾ ਦਿਓ, ਤੇ ਪੰਜਾਬ ਨੂੰ ਸਜ਼ਾ ਦੇਣ ਵਾਸਤੇ ਪਤਾ ਨਹੀਂ ਕਿਹੜੀਆਂ ਖੇਡਾਂ ਫੋਰਸਸ ਨੇ ਕੀ ਗੱਲ ਕਰਨੇ। ਤੁਸੀਂ ਯਾਦ ਕਰੋ ਉਹ ਟਾਈਮ ਜਦੋਂ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਇੱਥੇ 7 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਮੋਰਚਾ ਲਾਇਆ ਸੀ ਚਿੱਟੀ ਮੱਖੀ ਦੇ ਵਿਰੋਧ ਦੇ ਵਿੱਚ। ਬਿਲਕੁਲ, ਚਿੱਟੀ ਮੱਖੀ ਦੇ ਵਿਰੋਧ ਦੇ ਵਿੱਚ ਉਦੋਂ ਹੀ ਬੇਅਦਬੀ ਦੀਆਂ ਘਟਨਾਵਾਂ ਕਿ ਹੋਣ ਲੱਗ ਗਈਆਂ ਸੀ। ਜਿਹੜਾ ਐਡਾ ਵੱਡਾ ਅੰਦੋਲਨ ਸੀ, ਉਸ ਅੰਦੋਲਨ ਕਰਨ ਧਿਆਨ ਸਾਰੇ ਦਾ ਸਾਰਾ ਲਾਂਭੇ ਹੋ ਕੇ ਕੀ ਹੋ ਗਿਆ ਜੀ, ਬੇਅਦਬੀ। ਅੱਜ ਜਿਹੜਾ ਹੈਗਾ, ਜਿਹੜਾ ਐਡਾ ਵੱਡਾ ਅੰਦੋਲਨ ਹੈ, 3 ਦਿਨਾਂ ਤੋਂ ਜਦੋਂ ਦੀ ਇਹ ਘਟਨਾ ਵਾਪਰੀ ਹੈ, ਜਦੋਂ ਦੀ ਇਹ ਫੈਸਲਾ ਹੈ, ਅੰਦੋਲਨ ਦੀ ਕੌਣ ਜ਼ਿਕਰ ਕਰਦਾ ਹੈ? ਆਪਾਂ ਵੀ ਖਬਰ ਨਹੀਂ ਡਿਸਕਸ ਕੀਤੀ, ਆਪਾਂ ਵੀ ਹੁਣ ਇਸੇ ਗੱਲ ਤੇ ਕੀਤੀ ਹੈ, ਚਾਹੁੰਦੇ ਹੋਏ, ਹਾਲਾਂਕਿ ਅਸੀਂ ਸੁਚੇਤ ਹਾਂ, ਪਰ ਸਾਡਾ ਵੀ ਧਿਆਨ, ਪਰ ਗੱਲ ਤਾਂ ਉਹੀ ਹੈ ਨਾ, ਬਰਨਿੰਗ ਟੌਪਿਕ ਤੇ ਗੱਲ ਕਰਨੀ ਪਊਗੀ। ਬਰਨਿੰਗ ਟੌਪਿਕ ਜਿਹੜਾ ਹੈਗਾ, ਟੌਪਿਕ ਬਰਨਿੰਗ ਬਣਾਇਆ ਕਿਵੇਂ ਗਿਆ, ਇਹ ਵੀ ਤਾਂ ਵੇਖਣ ਵਾਲੀ ਹੈ। ਕਿਵੇਂ ਜਾਂਦਾ, ਇਸ ਬਹੁਤ ਕੁਛ ਇਹਦੇ ਮਗਰ ਦੇਖਣ ਵਾਲੀ ਗੱਲ ਹੈ ਕਿ ਨਿੱਕੀ ਗੱਲ ਨਹੀਂ, ਬਹੁਤ ਵੱਡੀ ਗੱਲ ਹੈ। ਇਹਨੂੰ ਜਿਹੜੀ ਹੈਗੀ ਸਟੇਟ ਦੀਆਂ ਖੇਡਾਂ ਪਤਾ ਨਹੀਂ ਕੀ ਯਾਰ। ਮੈਂ ਪਹਿਲਾਂ ਸਵੇਰੇ ਵੀ ਕੋਈ ਕਿਸੇ ਪ੍ਰੋਗਰਾਮ 'ਚ ਕਿਹਾ ਸੀ, ਮੈਂ ਹੁਣ ਵੀ ਇਹ ਗੱਲ ਕਹਿਣਾ, ਪੰਜਾਬ ਬਹੁਤ ਨਾਜ਼ੁਕ ਸੂਬਾ ਹੈ। ਬਹੁਤ ਨਾਜ਼ੁਕ ਸੂਬਾ, ਬਿਲਕੁਲ। ਪੰਜਾਬ ਬਹੁਤ ਨਾਜ਼ੁਕ ਸੂਬਾ ਹੈ। ਪੰਜਾਬ ਦੀ ਰੂਹ ਦੇ ਨਾਲ ਨਾ ਖਿਲਵਾੜ ਕਰੋ। ਇਹ ਰੂਹ ਨਾਲ ਖਿਲਵਾੜ ਕਰ ਦਿਓ ਨਾ ਤੁਸੀਂ, ਪਤਾ ਨਹੀਂ ਇਹ ਗੱਲ ਕਿੱਧਰ ਨੂੰ ਕੀ ਲੈਣੀ। ਪੰਜਾਬ ਦੇ ਵਿੱਚ ਇਹ ਮੌਕਾ ਆਇਆ ਸੀ, ਪੰਜਾਬ ਦੇ ਵਿੱਚ ਪਹਿਲਾਂ ਵੀ ਇਸ ਕਿਸਮ ਦਾ ਖਿਲਵਾੜ ਹੋਇਆ ਸੀ, ਤੇ ਉਸ ਖਿਲਵਾੜ ਦਾ ਦੇਸ਼ ਨੂੰ ਖਮਿਆਜਾ ਕਿੰਨਾ ਭੁਗਤਣਾ ਪਿਆ ਸੀ।
ਹਰਮੰਦਰ ਸਾਹਿਬ ਦੇ ਉੱਤੇ ਚੜ੍ਹਾਈ ਹੋਈ ਸੀ, ਫੌਜਾਂ ਗਈਆਂ ਸੀ, ਫੌਜਾਂ ਨੇ ਆਪਦਾ ਕੰਮ ਕਰਤਾ, ਸਾਰਾ ਕੁਝ ਕਰਤਾ। ਨੁਕਸਾਨ ਕੀ ਕੁਝ ਨਿਕਲਿਆ ਸੀ? ਉਸੇ ਦੇ ਵਿੱਚੋਂ ਨੁਕਸਾਨ ਹੋਇਆ ਸੀ ਕਿ ਦੇਸ਼ ਦੀ ਪ੍ਰਧਾਨ ਮੰਤਰੀ ਦੀ ਜਾਨ ਗਈ। ਉਹਦੇ ਵਿੱਚੋਂ ਹੀ ਨਿਕਲਿਆ ਸੀ ਕਿ 3000 ਤੋਂ ਵੱਧ ਸਿੱਖ ਜਿਹੜੇ ਆ ਉਹਨਾਂ ਦਾ ਕਤਲੋਗਾਰਤ ਹੋਇਆ। ਉਹਦੇ ਵਿੱਚ ਹੀ ਹੋਇਆ ਕਿ ਆਰਮੀ ਚੀਫ ਦੀ ਜਿਹੜੀ ਹੈਗੀ ਹੈ ਪੂਨੇ ਦੇ ਵਿੱਚ ਕਤਲ ਹੁੰਦਾ ਹੈ। ਇਹ ਬੜਾ ਕੁਝ ਹੁੰਦਾ ਹੈ। ਇਸ ਕਰਕੇ ਇੱਕ ਨਾਜ਼ੁਕ ਸੂਬਾ, ਸਰਹੱਦੀ ਸੂਬਾ, ਜਿੱਥੋਂ ਦਾ ਇੱਕ ਇਤਿਹਾਸ ਹੈ, ਜਿੱਥੋਂ ਦਾ ਇਤਿਹਾਸ ਇੱਕ ਹੈ ਕਿ ਜਿਸ ਬੰਦੇ ਨੇ ਵੀ ਇਹਨਾਂ ਦੀ ਗੈਰਤ ਨੂੰ ਵਿਗਾੜਿਆ ਉਹ ਕਦੇ ਪੂਰ ਨਹੀਂ ਚੜਿਆ। ਇਹ ਚੀਜ਼ਾਂ ਦੇਖਣ ਵਾਲੀਆਂ ਗੱਲਾਂ। ਹੁਣ ਕਈ ਵਾਰੀ ਇਹ ਲੱਗਦੀ ਛੋਟੀਆਂ ਗੱਲਾਂ ਹੁੰਦੀਆਂ, ਪਰ ਮੈਂ ਇਸ ਫੈਸਲੇ ਨੂੰ ਮੈਂ ਇਕੱਲਾ ਇਹ ਨਹੀਂ ਦੇਖਦਾ ਕਿ ਜਿਹੜਾ ਇਕੱਲਾ ਐਡਵੋਕੇਟ ਜਨਰਲ ਨੇ ਕੁਛ ਨਹੀਂ ਕੀਤਾ। ਜੇ ਐਡਵੋਕੇਟ ਜਨਰਲ ਵੀ ਉੱਥੇ ਚੀਕਾਂ ਮਾਰ ਲਾ, ਪੂਰਾ ਜ਼ੋਰ ਲਾ ਦਿੰਦਾ। ਫੈਸਲਾ ਜੋ ਹੈ ਆਉਣਾ ਇਹੀ ਸੀ। ਇਹਦੇ ਪਿੱਛੇ ਕੀ ਫੋਰਸਸ ਹੈ। 10 ਦਿਨ ਪਹਿਲਾਂ ਦਾ ਤੁਸੀਂ ਦੇਖੋ ਕਿ ਉਹਦਾ ਕੱਖ ਨਾ ਰਹੇ। ਇਹ ਕਿਵੇਂ ਚੱਲ ਪਿਆ? ਪਹਿਲਾਂ ਇਹ ਟ੍ਰੈਂਡ ਕਿਵੇਂ ਚੱਲ ਪਿਆ ਸੀ ਤੇ ਉਹ ਤੋਂ ਬਾਅਦ ਬੰਦ ਕਿਵੇਂ ਹੋ ਗਿਆ? ਹੁਣ ਤੁਸੀਂ ਦੇਖੋ, ਅੱਜ ਕੱਢ ਕੇ ਦੇਖੋ ਕਿ ਜਿਹਨੇ ਬੇਅਦਬੀ ਕੀਤੀ ਉਹਦਾ ਕੱਖ ਨਾ ਰਹੇ। ਪਰ ਉਹ ਹੈ ਵੀ ਪਤਾ ਨਹੀਂ ਖੇਡਾਂ ਕੀ ਖੇਡੀਆਂ ਜਾ ਰਹੀਆਂ ਸੀ। ਜੋ ਕੁਛ ਕੱਲ੍ਹ ਤਲਵੰਡੀ ਸਾਹਿਬ ਹੋਇਆ ਤਾਂ ਪ੍ਰਤੀਕਰਮ ਦੂਜੇ ਲੋਟ ਹੋ ਗਏ। ਪਤਾ ਨਹੀਂ ਜਿਹੜੀ ਇਸ ਚੀਜ਼ ਦੇ ਉੱਤੇ ਨਾ ਮੈਨੂੰ ਅੱਜ ਵੀ ਅਕਾਲੀ ਦਲ ਦੇ ਕਈ ਨਾਲ ਸੰਬੰਧਿਤ 2-3 ਅਫਸਰਾਂ ਦੇ ਵੀ ਫੋਨ ਆਏ ਜਿਹੜੇ ਅਕਾਲੀ ਦਲ ਦੇ ਹੈਗੇ ਆ, ਪਰ ਮੇਰੇ ਨਿੱਜੀ ਤੌਰ ਤੇ ਦੋਸਤ ਵੀ ਹੈਗੇ। ਯਾਰ ਤੁਹਾਨੂੰ ਪੱਤਰਕਾਰਾਂ ਨੂੰ ਕੀ ਮੌਕਾ ਮਿਲ ਗਿਆ? ਸਾਡੀ ਸਰਕਾਰ, ਮੈਂ ਬੜਾ ਹੈਰਾਨ ਵੀ ਸਾਡੀ ਸਰਕਾਰ ਜਦੋਂ ਉਹਦੇ ਮੂੰਹੋਂ ਨਿਕਲ ਗਿਆ। ਮੈਂ ਕਿਹਾ ਤੇਰੀ ਸਰਕਾਰ ਕਿਹੜੀ? ਤੁਹਾਡੀ ਸਰਕਾਰ ਤਾਂ ਮੈਂ ਕਿਹਾ ਹੁਣ ਕਾਂਗਰਸ ਦੀ ਹੈ, ਤੁਸੀਂ ਤਾਂ ਸਰਕਾਰੀ ਬੰਦੇ ਹੋ। ਨਹੀਂ ਉਸ ਇਹਨਾਂ ਨੇ ਐਂ ਕਿਵੇਂ ਕਰਾਤਾ? ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ, ਅਕਾਲੀਆਂ ਨੇ ਕਰਾਤਾ, ਐਂ ਕਰਾਤਾ। ਐਂ ਕਿਵੇਂ ਕਰਾ ਦੇਣਗੇ? ਸਿੱਖਾਂ ਨੂੰ ਨਾਰਾਜ਼ਗੀ ਝੱਲ ਕੇ ਅਕਾਲੀ ਦਲ ਕਿੱਥੋਂ ਖੱਟ ਲੂਗਾ? ਇਹ ਤਾਂ ਹੁਣ ਪਤਾ ਲੱਗਦਾ ਹੈ। ਹਾਂ, ਉਹ ਐਂ ਹੁੰਦਾ ਨਾ, ਕਈ ਬੰਦਿਆਂ ਦੀ ਆਦਤ ਹੁੰਦੀ ਹੈ ਨਾ ਢਿੱਲੋਂ ਸਾਹਿਬ, ਇਹ ਤਾਂ ਕਿ ਮੇਰਾ ਹੀ ਹੈ, ਇਹਨੇ ਕਿਹੜਾ ਕਿਤੇ ਜਾਣਾ, ਦੂਜੇ ਨੂੰ ਬੁਲਾਉਣ ਲੱਗ ਪੈਂਦੇ ਆ। ਜਦੋਂ ਤੀਜੇ ਨੰਬਰ ਤੇ ਆ ਗਏ, ਆਪੋਜੀਸ਼ਨ ਦਾ ਰੁਤਬਾ ਵੀ ਨਹੀਂ ਰਿਹਾ, ਤਾਂ ਉਦੋਂ ਪਤਾ ਲੱਗਿਆ ਉਦੋਂ 25 ਸਾਲ ਰਾਜ ਕਰਦੇ ਸੀ। ਉਦੋਂ ਤਾਂ ਕਹਿੰਦੇ ਸੀ ਇਹ ਤਾਂ ਪੱਕੇ ਹੈ, ਸਿੱਖ ਵੋਟ ਬੈਂਕ ਹੈ ਜਿਹੜਾ, ਇਹ ਤਾਂ ਕੱਲ ਇਹ ਤਾਂ ਸਾਡੇ ਰੱਸੇ ਨਾਲ ਬੰਨੇ ਹੋਏ ਆ। ਡੇਰੇ ਵਾਲਿਆਂ ਦੀ ਵੋਟ ਲੈ ਲਓ ਤਾਂ 25 ਸਾਲ ਰਾਜ ਕਰਾਂਗੇ। ਰੌਲਾ ਦਾ 25 ਸਾਲ ਕਰਦਾ ਸੀ ਨਾ। ਉਹ ਇੱਕ ਆਪਣੀ ਮੇਰੀ ਕਹਾਵਤ ਹੈ ਬੜੀ ਵਧੀਆ ਵੀ ਉਹ ਮੇਰੇ ਵਰਗਾ ਗਿਆ ਸੀ ਕਿਸੇ ਆਪਣਾ ਗੁਰੂ ਘਰ ਚਲਾ ਗਿਆ ਜੀ, ਭਾਈ ਜੀ ਪ੍ਰਸ਼ਾਦ ਦੇਈਏ ਤਾਂ ਅਸੀਂ ਲੈ ਕੇ ਦਿਓ ਜੀ। ਉਹਨੇ ਪਾਤਾ ਥੋੜਾ ਜਿਹਾ ਕਣਕਾ, ਉਹਨੇ ਮਗਰ ਕਰ ਲਿਆ, ਮਗਰ ਕਰਕੇ ਤੇ ਫਿਰ ਦੂਜਾ ਹੱਥ ਕਰ ਲਿਆ। ਉਹ ਭਾਈ ਜੀ ਨੇ ਜੋ ਦੇਖਿਆ ਵੀ ਹੱਥ ਤੇਰੇ ਥੰਦੇ ਆ, ਕਹਿੰਦਾ ਉਹ ਐ ਤੇ ਮਗਰਲੇ ਪਾਸੇ ਜਿਹੜਾ ਉਹਨੇ ਹੱਥ ਕੀਤਾ ਸੀ ਉਹ ਕੁੱਤਾ ਲੈ ਗਿਆ। ਉਹ ਕੁੱਤਾ ਲੈ ਗਿਆ। ਕਈ ਵਾਰੀ ਇਹ ਹੁੰਦੀ ਹੈ, ਭਾਲਦਾ ਤਾਂ ਬੰਦਾ ਇਹਦੀ ਵੀ ਡਬਲ ਹੋ ਜੇ ਤੇ ਰਿਹਾ ਪਹਿਲਾਂ ਵੀ ਕੋਲੇ ਨਹੀਂ। 25 ਸਾਲ ਦੇ ਰਾਜ ਭਾਗ ਵਾਲੀਆਂ ਜਿਹੜੀਆਂ ਗੱਲਾਂ ਖੇਡਾਂ ਤਾਂ ਉੱਥੋਂ ਨਿਕਲਦੀਆਂ ਜੀ। ਜੇ ਚਲੋ ਮੰਨ ਲਓ ਆਪਾਂ ਵੀ ਉਹਨਾਂ ਦੀ ਸਰਕਾਰ ਨਹੀਂ ਸੀ ਤਾਂ ਫਿਰ ਕੀ ਕਦੇ 7 ਦਿਨ ਪਰਚਾ ਨਹੀਂ ਦਰਜ ਹੁੰਦਾ? ਬਾਈਬਲ ਕਲਾਂ ਦੇ ਵਿੱਚ ਬੰਦੇ ਮਾਰੇ ਗਏ, 7 ਦਿਨ ਪਰਚਾ ਹੀ ਨਹੀਂ ਦਰਜ ਹੋਇਆ। ਤੇ ਜੇ ਪਰਚਾ ਦਰਜ ਹੋਇਆ ਤਾਂ ਪੁਲਿਸ ਅਣਪਛਾਤੀ। ਇਹ ਤਾਂ ਇਤਿਹਾਸ ਸਿਰਜਿਆ ਗਿਆ ਪੰਜਾਬ ਦੀ ਪੰਥਕ ਸਰਕਾਰ ਨੇ ਕਿ ਪੁਲਿਸ ਅਣਪਛਾਤੀ ਹੋ ਗਈ। ਜੇ ਕੋਈ ਉੱਥੇ ਜਾਂਦਾ ਸੀ ਸਿੱਖ ਧਾਰਮਿਕ ਬੰਦਾ ਤਾਂ ਉਹਦੇ ਨਾਲ ਪੁਲਿਸ ਬਾਦ ਕਲਾਮੀ ਕਰਦੀ ਸੀ। ਚਲੋ ਉਹ ਤਾਂ ਕਰਨੀ ਸੀ, ਪੁਲਿਸ ਹੀ ਅਣਪਛਾਤੀ ਹੋ ਗਈ। ਇਹ ਤੋਂ ਵੱਡਾ ਦਾ ਸਬੂਤ ਕੋਈ ਮਿਲ ਹੀ ਨਹੀਂ ਸਕਦਾ। ਚਲੋ ਸਾਹਿਬ, ਜਿਵੇਂ ਤੁਸੀਂ ਗੱਲ ਕੀਤਾ, ਸਟੇਟ ਦੀ ਗੱਲ ਕੀਤੀ, ਚੋਣ ਕਮਿਸ਼ਨ ਦੀ ਗੱਲ ਕੀਤੀ। ਹੁਣ ਚੋਣ ਕਮਿਸ਼ਨ ਕਿਵੇਂ ਬੀਜੇਪੀ ਦੇ ਜਿਹੜੇ ਨੇਤਾ ਨੇ, 3 ਸਿੱਧੂ ਹੈ, ਕੋਸ਼ ਤੇ ਰਾਹੁਲ ਸਿਨਹਾ ਹੋਰੀ, ਇਹਨਾਂ ਦੇ ਖਿਲਾਫ ਹੁਣ ਕਿਵੇਂ ਕਾਰਵਾਈਆਂ ਕਰਨ ਲੱਗ ਪਏ? ਦੇਖੋ ਗੱਲ ਇਹ ਕਿ ਚੋਣ ਕਮਿਸ਼ਨ ਗਿਆ ਫਸ। ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਦੇ ਉੱਤੇ 24 ਘੰਟੇ ਦਾ ਬੈਨ ਲਾਤਾ। ਬੈਨ ਕਿਉਂ ਲਾਇਆ? ਬੈਨ ਇਸ ਕਰਕੇ ਲਾਇਆ ਕਿ ਮਮਤਾ ਬੈਨਰਜੀ ਨੇ ਜੀ ਕਹਿੰਦੇ ਧਰਮ ਦੇ ਨਾਂ ਦੇ ਉੱਤੇ ਵਰਤੋਂ ਕਰ ਲਈ, ਘੱਟ ਗਿਣਤੀਆਂ ਨੂੰ ਕਹਿੰਦੀ ਉਹਨੇ ਇਸਤੇਮਾਲ ਕੀਤਾ। ਉਹਨੇ ਗੱਲ ਇਹ ਕਹੀ ਸੀ ਘੱਟ ਗਿਣਤੀਆਂ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਸਾਰੇ ਘੱਟ ਗਿਣਤੀਆਂ ਵਾਲਿਓ ਕਿ ਜਿਹੜੇ ਆ ਬੀਜੇਪੀ ਵਾਲਿਆਂ ਨੇ ਭੇਜਣੇ ਆ ਨਾ ਤੁਹਾਡੇ ਕੋਲ ਪੈਸੇ ਦੇ ਕੇ ਬੰਦੇ, ਇਹ ਪੈਸਿਆਂ ਵਾਲਿਆਂ ਦੀ ਤੁਸੀਂ ਗੱਲ ਨਾ ਸੁਣੋ, ਪੈਸੇ ਲੈ ਕੇ ਵੋਟਾਂ ਵਾਟਾਂ ਨਾ ਪਾਇਓ ਜੀ। ਜੇ ਤੁਸੀਂ ਬੀਜੇਪੀ ਨੂੰ ਵੋਟਾਂ ਪਾਓਗੇ ਤਾਂ ਤੁਹਾਡੀ ਹਾਲਤ ਖਰਾਬ ਹੋ ਜਾਊਗੀ। ਇੱਕ ਸਾਰੇ ਲੋਕ ਹੀ ਕਹਿੰਦੇ ਜੀ। ਉਹਨੇ ਕੋਈ ਐਸੀ ਗੱਲ ਨਹੀਂ ਕੀਤੀ। ਉਹਨੇ ਕਿਹਾ ਬੀਜੇਪੀ ਹਿੰਦੂਆਂ ਦੀ ਪਾਰਟੀ, ਪੈਸੇ ਲੈ ਕੇ ਵੋਟਾਂ ਨਾ ਪਾਓ। ਆਪਾਂ ਸਾਰੇ ਕਹਿੰਦੇ ਜਦੋਂ ਜਗਮੀਤ ਬਰਾੜ ਨੇ 1999 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਬਾਦਲ ਨੂੰ ਹਰਾਇਆ, ਉਦੋਂ ਉੱਥੇ ਇੱਕ ਨਾਰਾ ਪ੍ਰਚੰਡ ਹੋਇਆ ਸੀ ਜੀ। ਉਹ ਨਾਰਾ ਸੀ ਕਿ ਨੋਟ ਅਮੀਰਾਂ ਦੇ, ਵੋਟ ਫਕੀਰਾਂ ਦੇ। ਮਾਸਟਰ ਹਰਕ੍ਰਿਸ਼ਨ ਲਾਲ ਰਹੇ ਨਹੀਂ ਇਸ ਦੁਨੀਆ ਦੇ ਵਿੱਚ, ਬਹੁਤ ਸਿਆਣਾ ਬੰਦਾ ਸੀ, ਹਰੀਕੇ ਪਿੰਡ ਤੋਂ। ਉਹਨੇ ਨਾਰਾ ਦਿੱਤਾ ਸੀ ਤੇ ਨਾਰਾ ਬੱਚੇ ਦੀ ਜ਼ੁਬਾਨ ਤੇ ਸੀ। ਉਹ ਨਾਰੇ ਨੇ ਅਸਰ ਕੀਤਾ ਤੇ 5000 ਵੋਟਾਂ ਤੇ ਜਗਮੀਤ ਸਿੰਘ ਬਰਾੜ ਜਿੱਤ ਗਿਆ ਸੀ, ਕੇਂਦਰੀ ਵਜ਼ੀਰ ਹਾਰ ਗਿਆ ਸੀ। ਇਹ ਕਈ ਹੁੰਦੀਆਂ ਚੀਜ਼ਾਂ ਇਸ ਕਿਸਮ ਦੀਆਂ ਕਰ। ਉਹ ਹੁਣ ਜੇ ਆਪਾਂ ਦੇਖੀਏ ਤਾਂ ਬੀਬੀ ਮਮਤਾ ਬੈਨਰਜੀ ਨੇ ਤਾਂ ਆਪਣੀ ਮਤਲਬ ਜਿਹੜੀ ਰਾਜਨੀਤੀ ਦੇ ਲਿਹਾਜ਼ ਨਾਲ ਉਹ ਸਟੇਟਮੈਂਟ ਦੇਤੀ। ਉਹਦੇ ਉਲਟ ਪ੍ਰਧਾਨ ਮੰਤਰੀ ਹੋਰੀ ਰੋਜ਼ ਕੀ ਕਹਿੰਦੇ, ਪ੍ਰਧਾਨ ਮੰਤਰੀ ਨੇ ਉਸੇ 'ਚ ਹੀ ਕਿਹਾ ਕਿ ਬੀਬੀ ਨੇ ਤਾਂ ਜੀ ਘੱਟ ਗਿਣਤੀਆਂ ਵਾਲਿਆਂ ਨੂੰ ਕਹਿ ਦਿੱਤਾ ਕਿ ਤੇ ਜੇ ਮੈਂ ਕੁਛ ਕਹਿ ਦੇਵਾਂ ਹਿੰਦੂਆਂ ਨੂੰ ਤਾਂ ਮੈਨੂੰ ਤਾਂ ਹੁਣ ਨੂੰ ਕਈ ਨੋਟਿਸ ਆ ਜਾਂਦੇ। ਚੋਣ ਕਮਿਸ਼ਨ ਨੇ ਤਾਂ ਨੋਟਿਸ ਨਹੀਂ ਲਿਆ। ਬੀਬੀ ਦੀ ਉਹਨਾਂ ਨੇ ਕਰਤੀ ਬੈਨ ਵੀ ਤੁਸੀਂ ਪ੍ਰਚਾਰ ਨਹੀਂ ਕਰ ਸਕਦੇ। ਤੇ ਉਹ ਵੀ ਸ਼ੇਰਨੀ ਹੈ, ਉਹ ਸ਼ੇਰਨੀ ਬਹਿ ਗਈ ਗਾਂਧੀ ਦੀ ਮੂਰਤੀ ਕੋਲੇ ਆ ਕੇ। ਉਹਨੇ ਆ ਕੇ ਉੱਥੇ ਆਪਣਾ ਉਹੀ ਉਹਦਾ ਸਟਾਈਲ ਹੈ, ਲੱਤ ਉੱਪਰ ਚੱਕੀ ਵੀ ਹੈ ਔਰ ਧਰਨਾ ਦੇ ਰਹੀ ਹੈ।
ਧਰਨੇ ਤੋਂ ਬਾਅਦ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਬਦਨਾਮੀ ਹੋ ਰਹੀ ਹੈ ਉਹ ਬਦਨਾਮੀ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਹੈ। ਇਲੈਕਸ਼ਨ ਕਮਿਸ਼ਨ ਦੀ ਕ੍ਰੈਡੀਬਿਲਿਟੀ ਇਸ ਵੇਲੇ ਜ਼ੀਰੋ ਹੋ ਗਈ। ਕੋਈ ਵਿਸ਼ਵਾਸ ਨਹੀਂ ਕਰ ਰਿਹਾ। ਅੱਜ ਲੋਕ ਇਹ ਗੱਲ ਕਹਿੰਦੇ ਕਿ ਮਮਤਾ ਬੈਨਰਜੀ ਨੈਤਿਕ ਤੌਰ ਤੇ ਉੱਥੋਂ ਦੀ ਇਲੈਕਸ਼ਨ ਜਿੱਤ ਚੁੱਕੀ ਹੈ। ਅਗਰ ਮਮਤਾ ਬੈਨਰਜੀ ਉੱਥੋਂ ਲੂਜ਼ ਕਰਦੀ ਹੈ ਤਾਂ ਮਮਤਾ ਬੈਨਰਜੀ ਨਹੀਂ ਹਾਰਦੀ, ਇਹ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਕਰਤੂਤਾਂ ਉਹਨਾਂ ਕਰਤੂਤਾਂ ਦੀ ਵਜ੍ਹਾ ਕਾਰਨ ਡਿਕਲੇਅਰ ਹੋ। ਕਿਵੇਂ ਤੁਸੀਂ ਇਹ ਦੇਖੋ ਜੀ, ਪਾਰਾਮਿਲਟਰੀ ਫੋਰਸਸ ਵੱਡੇ ਪੱਧਰ ਤੇ ਬੰਗਾਲ ਪੁਲਿਸ ਦੀ ਥਾਂ ਦੇ ਉੱਤੇ ਪਾਰਾਮਿਲਟਰੀ ਫੋਰਸਸ ਲਾਤੀਆਂ, ਔਰ ਪਾਰਾਮਿਲਟਰੀ ਫੋਰਸਸ ਜੇ 4 ਬੰਦੇ ਮਾਰ ਦਿੰਦੀ ਹੈ, ਇੱਕ ਨੇ 4 ਮਾਰਤੇ ਤੇ ਜਿਹੜਾ ਉੱਥੇ ਦਾ ਪ੍ਰਧਾਨ ਹੈ ਥੋੜਾ ਬੀਜੇਪੀ ਦਾ ਦਲੀਪ ਘੋਸ਼, ਉਹ ਕਹਿੰਦਾ ਇਹ ਕੰਮ ਗਾਂਹ ਵੀ ਚੱਲੂਗਾ। ਅੱਛਾ, ਅੱਗੇ ਵੀ ਚੱਲੂਗਾ। ਤੇ ਉਹਨੂੰ ਦਿੱਤਾ ਨੋਟਿਸ ਵੀ ਤੂੰ ਦੱਸ ਫਿਰ ਤੇਰੇ ਤੇ ਕਾਰਵਾਈ ਕਰੀਏ। ਕੱਲ ਨੂੰ 5ਵੇਂ ਗੇੜ ਦੀਆਂ ਚੋਣਾਂ ਹੋਣਗੀਆਂ, ਪਰਸੋਂ ਨੂੰ ਹੋਣੀਆਂ ਮੇਰੇ ਖਿਆਲ ਕੱਲ ਨੂੰ। ਅੱਜ ਉਹ ਨੋਟਿਸ ਦੇਊਗਾ, ਫਿਰ ਉਹਦੇ ਤੇ ਜਵਾਬ ਦੇਊਗਾ, ਇਹਨੂੰ ਕੰਮ ਲੰਘ ਜਾਊਗਾ। ਉਹਨੂੰ ਲੱਗ ਜੀ 5ਵੇਂ ਗੇੜ ਦੀਆਂ ਅਗਲੇ ਪਾਸੇ ਹੋ ਜਾਣੀ। ਇਵੇਂ ਜਿਵੇਂ ਜਿਹੜਾ ਰਾਹੁਲ ਸਿਨਹਾ ਨੇ ਕਿਹਾ ਵੀ 4 ਕਿਉਂ ਮਾਰੇ, 8 ਨਹੀਂ ਮਾਰਨੇ ਸੀ, ਇਹ ਤਾਂ 8 ਮਾਰਨੇ ਚਾਹੀਦੇ ਸੀ। ਉਹਨੂੰ ਕਹਿੰਦਾ ਤੇਰੇ ਤੇ 48 ਘੰਟੇ ਦੀ ਪਾਬੰਦੀ ਹੈ। ਜਿਹੜਾ ਸ਼ਿਵਿੰਦੂ ਅਧਿਕਾਰੀ ਹੈ, ਸ਼ਿਵਿੰਦੂ ਅਧਿਕਾਰੀ ਨੂੰ ਕਹਿੰਦਾ ਵੀ ਤੂੰ ਸੋਚ ਕੇ ਬੋਲਿਆ ਕਰ। ਜੇ ਹੁਣ ਸਵਾਲ ਹੈ ਕਿ ਮਮਤਾ ਬੈਨਰਜੀ ਸਟਾਰ ਪ੍ਰਚਾਰਕ ਹੈ, ਉਹਦੀ ਪਾਰਟੀ ਦੀ ਸਟਾਰ ਪ੍ਰਚਾਰਕ ਦੇ ਉੱਤੇ ਬੈਨ ਲਾਇਆ ਤੇ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੇ ਉੱਤੇ ਕਿਉਂ ਨਹੀਂ ਬੈਨ ਲਾਉਂਦੇ? ਉਹਨੇ ਜਿਹੜੀ ਗੱਲ ਉਹਨੇ ਕਹੀ ਹੈ ਉਹੀ ਤਾਂ ਉਹਨੇ ਗੱਲ ਕਹੀ ਹੈ। ਪ੍ਰਧਾਨ ਮੰਤਰੀ ਸਿੰਬੋਲਿਕ ਗੱਲ ਕਰਦਾ ਹੈ, ਉਹ ਇਸ਼ਾਰਿਆਂ 'ਚ ਕਰਦਾ ਹੈ। ਪ੍ਰਧਾਨ ਮੰਤਰੀ ਦੀ ਜਿਹੜੀ ਬੋਲੀ ਹੈ ਤੁਸੀਂ ਉਹ ਦੇਖੋ, ਤੁਸੀਂ ਅਮਿਤ ਸ਼ਾਹ ਦੀ ਦੇਖੋ, ਉਹਦੀ ਦੀ ਪ੍ਰਧਾਨ ਮੰਤਰੀ ਸਾਹਿਬ ਇਸ ਤਰ੍ਹਾਂ ਕਰਦੇ। ਇਹਨੂੰ ਇਹ ਜਿਹੜੀ ਬੰਗਾਲੀ ਗੈਰਤ ਹੈ, ਬੰਗਾਲੀ ਅਸਮਤ ਹੈ, ਉਹ ਤਾਂ ਜਾਗ ਰਹੀ ਹੈ। ਲੇਕਿਨ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਇਸ ਨਾਂ ਥੱਲੇ ਜਿਹੜਾ ਜ਼ਿਆਦਾ ਉਹਨਾਂ ਨੂੰ ਮਤਲਬ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਨ ਵਾਲੀ ਗੱਲ ਹੈ ਕਿ ਆਹ ਲਓ ਜੀ ਅਸੀਂ ਗੋਗਲੂਆਂ ਤੋਂ ਮਿੱਟੀ ਝਾੜ ਦਿਓ, ਜਿਨ੍ਹਾਂ ਦੀ ਕੋਈ ਉੱਥੇ ਬੁੱਕਤੀ ਹੈ ਨਹੀਂ। ਜੇ 2 ਦਿਨ ਪ੍ਰਚਾਰ ਨਾ ਕਰਨਗੇ ਕੀ ਫਰਕ ਪੈਂਦਾ? ਜਿਹੜੇ ਪ੍ਰਚਾਰ ਕਰਨ ਵਾਲੇ ਬੰਦੇ, ਜਿਹੜੇ ਜ਼ਹਿਰ ਵੰਡਣ ਵਾਲੇ ਬੰਦੇ, ਉਹਨਾਂ ਨੂੰ ਤਾਂ ਕੋਈ ਰੋਕ ਨਹੀਂ ਰਿਹਾ। ਬਿਲਕੁਲ ਜੀ। ਤੇ ਢਿੱਲੋਂ ਸਾਹਿਬ, ਤੁਹਾਨੂੰ ਯਾਦ ਹੋਊਗਾ ਕਿ 2002 ਦੇ ਵਿੱਚ ਗੁਜਰਾਤ ਦੰਗਿਆਂ ਦੇ ਵਿੱਚ ਇੱਕ ਕਾਂਗਰਸ ਦਾ MP ਵੀ ਮਾਰਿਆ ਗਿਆ ਸੀਗਾ ਜੀ, ਤੇ ਉਹਦੀ ਪਤਨੀ ਵੱਲੋਂ ਜਿਹੜਾ ਦੰਗਿਆਂ ਦੇ ਖਿਲਾਫ PM ਮੋਦੀ ਨੂੰ ਜਿਹੜੀ ਕਲੀਨ ਚਿੱਟ ਦਿੱਤੀ ਗਈ ਸੀ, ਉਹਦੇ ਪਟੀਸ਼ਨ ਪਾਈ ਸੀ। ਬਿਲਕੁਲ ਜੀ। ਉਹ ਜਿਹੜੇ ਕਾਂਗਰਸ ਦੇ MP ਸੀ ਉਹਨਾਂ ਦਾ ਨਾਮ ਸੀਗਾ ਅਹਿਸਾਨ ਜਾਫਰੀ ਜੀ। ਅਹਿਸਾਨ ਜਾਫਰੀ ਇਕੱਲਾ ਨਹੀਂ ਮਾਰਿਆ ਗਿਆ ਸੀ, ਗੁਲਬਰਗ ਸੁਸਾਇਟੀ ਸੀ ਜੀ, ਉਸ ਗੁਲਬਰਗ ਸੁਸਾਇਟੀ ਨੂੰ ਘੇਰਾ ਪਾਇਆ ਗਿਆ ਸੀ। ਗੁਲਬਰਗ ਸੁਸਾਇਟੀ ਨੂੰ ਘੇਰਾ ਪਾ ਕੇ ਜਦੋਂ ਉਹ ਅੱਗ ਲਾਉਣ ਦਾ ਯਤਨ ਕੀਤਾ ਜਾ ਰਿਹਾ ਸੀ, ਉਸ ਵੇਲੇ ਉਸ ਜਿਹੜੀ ਹੈਗੀ ਸੁਸਾਇਟੀ ਨੂੰ ਭਾਵੇਂ ਲੌਕ ਕਰ ਲਿਆ ਸੀ ਲੋਕਾਂ ਨੇ। ਸਾਰੇ ਲੋਕ ਇੱਕ ਥਾਂ ਦੇ ਉੱਤੇ ਸੀ। ਅਹਿਸਾਨ ਜਾਫਰੀ ਦੇ ਕੋਲੇ ਆਪਣਾ ਅਸਲਾ ਵੀ ਸੀ। ਲੋਕਾਂ ਨੇ ਕਿਹਾ ਤੁਹਾਡੇ ਕੋਲੇ ਅਸਲਾ ਤੇ ਤੁਸੀਂ ਆਪ ਵੀ ਬਚੋ ਤੇ ਸਾਡੀ ਵੀ ਬਚਤ ਕਰੋ। ਪਾਰਲੀਮੈਂਟ ਦੇ ਮੈਂਬਰ ਸੀਗੇ, ਮੇਰਾ ਖਿਆਲ ਸ਼ਾਇਦ ਸਾਬਕਾ ਸੀ ਜਾਂ ਪ੍ਰੈਜ਼ੈਂਟ ਸੀ, ਤੇ ਉਹਨਾਂ ਨੇ ਵਾਰ-ਵਾਰ DGP ਨੂੰ ਫੋਨ ਕੀਤਾ, SSP ਨੂੰ ਫੋਨ ਕੀਤਾ, ਸਭ ਨੂੰ ਫੋਨ ਕੀਤਾ ਕਿ ਸਾਨੂੰ ਮਦਦ ਮੁਹੱਈਆ ਕਰਵਾਈ ਜਾਵੇ। ਲੇਕਿਨ ਵੇਲੇ ਦਾ ਜਿਹੜਾ ਪ੍ਰਸ਼ਾਸਨ ਸੀ ਉਹਨਾਂ ਨੇ ਮਦਦ ਮੁਹੱਈਆ ਨਹੀਂ ਕਰਵਾਈ। ਅਖੀਰ ਦੇ ਵਿੱਚ ਜਿਹੜੀ ਉਸ ਗੁਲਬਰਗ ਸੁਸਾਇਟੀ ਨੂੰ ਅੱਗ ਲਾ ਦਿੱਤੀ ਜਾਂਦੀ ਜੀ, ਤੇ ਉਸ ਅੱਗ ਦੇ ਵਿੱਚ ਇੱਕ ਕਰਕੇ ਮੇਰਾ ਖਿਆਲ ਹੈ ਵੀ ਮੋਰ ਦੈਨ 60 ਸ਼ਾਇਦ 62 ਬੰਦੇ ਸੀ, ਸ਼ਾਇਦ ਮੈਂ ਪੱਕਾ ਨਹੀਂ ਕਹਿ ਸਕਦਾ, 62 ਬੰਦਿਆਂ ਦੇ ਕਰੀਬ ਜਿਹੜੇ ਲੋਕ ਉਹ 'ਚ ਮਾਰੇ ਗਏ ਸੀ। ਉਹਦੀ ਵਾਈਫ ਹੈ ਅਹਿਸਾਨ ਜਾਫਰੀ ਦੀ ਜ਼ਕੀਆ ਜਾਫਰੀ ਜੀ। ਜ਼ਕੀਆ ਜਾਫਰੀ ਦੀ ਉਮਰ ਉਹੀ ਜੀ ਹੈ ਜਿਹੋ ਜੀ ਅਮਰ ਕੌਰ ਦੀ ਸੀ ਜੀ। ਹੁਣ ਥੋੜਾ ਸਵਾਲ ਵੀ ਅਮਰ ਕੌਰ ਕੌਣ ਸੀ, ਇਹ ਵੀ ਦੱਸਣਾ ਪੈਂਦਾ। ਅਮਰ ਕੌਰ ਉਹ ਹੈ ਜਿੰਦਾ ਇੱਕ ਪੁੱਤ, ਇੱਕ ਡਰਾਈਵਰ ਤੇ ਇੱਕ ਉਹਨਾਂ ਦਾ ਜਵਾਈ, ਉਹ ਮਾਰੇ ਗਏ ਸੀ ਲੁਧਿਆਣੇ ਸੈਣੀ ਮੋਟਰਸ ਵਾਲੇ। ਅਮਰ ਕੌਰ ਜ਼ਿੰਦਗੀ ਦੇ ਆਖਰੀ ਪੜਾਅ ਤੱਕ ਲੜਾਈ ਲੜਦੀ ਰਹੀ ਸੀ ਕਿ ਇਨਸਾਫ ਮਿਲ ਜੇ, ਪਰ ਉਹ ਮਿਲਿਆ ਨਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਰੱਦ ਹੋ ਗਈ ਰਿਪੋਰਟ। ਲੇਕਿਨ ਉੱਥੇ ਜਿਹੜਾ ਉਹ ਮੁਕੱਦਮਾ ਦਰਜ ਕਰਾਇਆ ਸੀ, ਉਹ ਮੁਕੱਦਮਾ ਦਰਜ ਕਿਹਨੇ ਕਰਵਾਇਆ ਸੀ? ਉਹ ਹਾਈ ਕੋਰਟ ਨੇ ਕਰਵਾਇਆ ਸੀ। ਔਰ ਉਹਦੀ ਜਿਹੜੀ ਹੈ ਇਨਵੈਸਟੀਗੇਸ਼ਨ CBI ਨੇ ਦਿੱਤੀ ਸੀ ਜੀ। CBI ਨਾਲ ਤਕੜੀ ਏਜੰਸੀ ਕੋਈ ਹੈ ਨਹੀਂ, ਔਰ ਉਹ ਏਜੰਸੀ ਕਿੰਨੇ ਲੰਬੇ ਸਮੇਂ ਤੋਂ ਜਦੋਜਹਿਦ ਕਰੀ ਜਾ ਰਹੀ ਹੈ। ਅਜੇ ਤੱਕ ਉਹ ਕੇਸ ਕਿਸੇ ਤਨ ਪੱਤੇ ਨਹੀਂ ਲੱਗਿਆ ਤੇ ਅਮਰ ਕੌਰ ਜੀ ਲਟਕਦੀ ਵੀਲ ਚੇਅਰ ਤੇ ਫਿਰਦੀ ਉਹ ਲੁੱਟ ਗਈ। ਅਹਿਸਾਨ ਜਾਫਰੀ ਦੀ ਵਾਈਫ ਜ਼ਕੀਆ ਜਾਫਰੀ ਦੀ ਉਮਰ ਵੀ ਐਡੀ ਹੈ। ਇਸ ਮਾਮਲੇ ਦੀ ਪੜਤਾਲ ਵਾਸਤੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਜੀ। ਔਰ ਉਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕਿਸੇ ਛੋਟੇ ਮੋਟੇ ਅਦਾਰੇ ਨੇ ਨਹੀਂ ਬਣਾਈ, ਉਹ ਵੀ ਦੇਸ਼ ਦੀ ਸੁਪਰੀਮ ਕੋਰਟ ਨੇ। ਉਦੋਂ ਨਰਿੰਦਰ ਮੋਦੀ ਸਾਹਿਬ ਗੁਜਰਾਤ ਦੇ ਮੁੱਖ ਮੰਤਰੀ ਸੀ। ਇਹ ਗੱਲ 2002 ਦੀ ਹੈ। ਮੁੱਖ ਮੰਤਰੀ ਸੀਗੇ ਤੇ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਜਦੋਂ SIT ਬਣਾਤੀ, SIT ਦੇ ਵਿੱਚ ਅਫਸਰ ਹੁੰਦੇ, ਹੌਲੀ ਜਿਹੜੇ ਹੈਗੇ ਮੁੱਖ ਮੰਤਰੀ ਸਾਹਿਬ ਤਾਂ ਤਰੱਕੀਆਂ ਕਰਦੇ ਗਏ, ਉੱਤੇ ਨੂੰ ਆਉਂਦੇ ਗਏ, ਉੱਪਰ ਨੂੰ ਆਉਂਦੇ ਗਏ, ਤੇ ਅਫਸਰ ਝੜਦੇ ਗਏ। ਅਫਸਰ ਜਿਹੜੇ ਹੈਗੇ ਝੜਦੇ ਕੀ ਅਫਸਰ ਤਾਂ ਜੇ ਆਪਾਂ ਕੰਵਰ ਵਿਜੇ ਪ੍ਰਤਾਪ ਸਿੰਘ ਵਰਗਾ ਬੰਦਾ, ਜਿਸ ਬੰਦੇ ਨੇ 2 ਦਿਨ ਪਹਿਲਾਂ ਇੱਕ TV ਚੈਨਲ ਦੇ ਨਾਲ ਇੰਟਰਵਿਊ ਕਰਦਿਆਂ ਕੀ ਕਿਹਾ ਸੀ,
ਕਹਿੰਦਾ ਮੈਂ ਬਹੁਤ ਕਿ ਮੇਰੇ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ। ਲੇਕਿਨ ਮੇਰੇ ਨਾਲ ਮੈਂ ਜਦੋਂ ਦੇਖਦਾ ਕਹਿੰਦਾ ਜਦੋਂ ਮੇਰੇ ਤੇ ਕੋਈ ਪ੍ਰੈਸ਼ਰ ਪੈਂਦਾ ਤੇ ਮੈਂ ਪ੍ਰੈਸ਼ਰ ਨੂੰ ਜਾਂ ਮੈਂ ਜਿਹੜੀ ਮੁਸ਼ਕਿਲ ਹੈ ਜਾਂ ਜਿਹੜੀਆਂ ਹਾਈਡਲਸ ਹੈ ਉਹਨਾਂ ਨੂੰ ਮੈਂ ਪਾਰ ਕਿਵੇਂ ਕਰਦਾ, ਕਿਉਂਕਿ ਮੈਨੂੰ ਕਹਿੰਦਾ ਨਾਲ ਦੀ ਨਾਲ ਦੱਸਿਆ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਮੇਰੇ ਨਾਲ ਹੈ। ਚਾਰ ਮੂਏ ਤੋਂ ਹੋਤ ਗਿਆ ਜੀਵਤ ਕਈ ਹਜ਼ਾਰ। ਉਹ ਕਹਿੰਦਾ ਵੀ ਅਸੀਂ ਤਾਂ ਉਹਨਾਂ 'ਚ ਸਾਡੀ ਖਾਤਰੀ ਉਹਨਾਂ ਨੇ ਇੱਕ ਆਪਣਾ ਪਰਿਵਾਰ ਵਾਰਿਆ ਸੀ। ਕਹਿੰਦੇ ਵੀ ਮੈਨੂੰ ਗੁਰੂ ਗ੍ਰੰਥ ਆਪਣੇ ਗੁਰੂ ਗੋਬਿੰਦ ਸਿੰਘ ਮੇਰੇ ਨਾਲ ਖੜੇ ਹੁੰਦੇ, ਮੈਨੂੰ ਮਹਿਸੂਸ ਹੁੰਦਾ ਕਿ ਗੁਰੂ ਗੋਬਿੰਦ ਸਿੰਘ ਜੀ ਮੇਰੇ ਨਾਲ ਖੜਦੇ ਆ। ਜਿਸ ਬੰਦੇ ਦੇ ਨਾਲ ਗੁਰੂ ਗੋਬਿੰਦ ਸਿੰਘ ਖੜਦੇ ਆ ਤੇ ਜੇ ਉਹ ਬੰਦਾ ਵੀ ਐਸਾ ਤੱਕ ਫਰਸਟ੍ਰੇਟ ਹੋ ਗਿਆ ਤੇ ਉਹਨੇ ਆਪਣੀ ਨੌਕਰੀ ਛੱਡਤੀ। ਨੌਕਰੀ ਛੱਡਣ ਦਾ ਫੈਸਲਾ ਕਰ ਲਿਆ। ਹਾਂ, ਛੱਡਣ ਦਾ ਫੈਸਲਾ ਕਰ ਲਿਆ। ਦੇਤੀ ਉਹਨੇ ਦਿੱਤੀ ਨਹੀਂ। ਸੋਸ਼ਲ ਮੀਡੀਆ ਤੇ ਵੀ ਉਹਨੇ ਕਿਹਾ ਵੀ ਮੈਂ IPS ਦੇ ਤੌਰ ਤੇ ਕੰਮ ਨਹੀਂ ਕਰੂੰਗਾ। ਜਿਹੜੀ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਮੈਂ IPS ਤੇ ਮੈਂ ਲੋਕਾਂ ਦੀ ਸੇਵਾ ਕਰੂੰਗਾ। ਜੇ ਉਹ ਬੰਦਾ ਕਰ ਸਕਦਾ ਹੈ ਤਾਂ ਫਿਰ ਜਿਹੜੀ SIT ਦੇ ਮੈਂਬਰ ਬਣਾਏ ਸੀ, ਜਦੋਂ ਮਾਮਲਾ ਲਮਕ ਜਾਂਦਾ ਤੇ SIT ਦੇ ਮੈਂਬਰ ਕਿੰਨਾ ਕੁ, ਜਦੋਂ ਕਿਸੇ ਚੀਜ਼ ਨੂੰ ਤੁਸੀਂ ਖਤਮ ਕਰਨਾ ਹੈ ਉਹਨੂੰ ਲਮਕਾ ਦਿਓ। ਉਹਨੂੰ ਲਮਕਵੇਂ ਜਿੰਨੀ ਜਦੋਂ ਲਮਕਾ ਦਿੱਤੇ ਉਹ ਆਪਣੀ ਮੌਤ ਆਪਣੀ ਮਰ ਜਾਂਦੀ। ਉਹਨਾਂ SIT ਵਾਲੇ ਜਿਹੜੇ ਸੱਜਣ ਸੀ ਉਹਨਾਂ SIT ਵਾਲਿਆਂ ਨੇ ਜਿਹੜੀ ਹੈਗੀ ਆ ਨਰਿੰਦਰ ਮੋਦੀ ਸਾਹਿਬ ਨੂੰ ਕਲੀਨ ਚਿੱਟ ਦਿੱਤੀ। ਕਲੀਨ ਚਿੱਟ ਦੇਣ ਤੋਂ ਬਾਅਦ ਉਹਨਾਂ ਨੇ ਜਿਹੜੀ ਹੈਗੀ ਆ ਉਹ ਕਲੋਜ਼ਿੰਗ ਰਿਪੋਰਟ ਵੀ ਫਾਈਲ ਕਰਤੀ, ਉਹ ਮਨਜ਼ੂਰ ਵੀ ਕਰ ਲਈ। ਹੁਣ ਜਿਹੜੀ ਜ਼ਕੀਆ ਜਾਫਰੀ ਹੈ ਉਮਰ ਦੇ ਇਸ ਪੜਾਅ ਦੇ ਵਿੱਚ ਉਹ ਸੁਪਰੀਮ ਕੋਰਟ ਪਹੁੰਚ ਗਈ। ਉਹਨੇ ਕਿਹਾ ਜੀ ਇਹ ਜਿਹੜੀ ਜੋ ਗੁਜਰਾਤ ਦੇ ਵਿੱਚ ਜਿਹੜੇ ਦੰਗੇ ਹੋਏ ਇਹਨਾਂ ਦੰਗਿਆਂ ਦੇ ਵਿੱਚ ਇਨਵੋਲਵਮੈਂਟ ਨਰਿੰਦਰ ਮੋਦੀ ਦੀ ਹੈ ਜੀ, ਭਾਵੇਂ ਉਹਨਾਂ ਨੇ ਕੀਤੀ ਅਤੇ ਮੇਰੀ ਇਹ ਪਟੀਸ਼ਨ ਹੈ, ਮੇਰੀ ਇਸ ਅਪੀਲ ਦੇ ਉੱਤੇ ਤੁਸੀਂ ਵਿਚਾਰ ਕਰੋ। ਉਹ ਅਪੀਲ ਕੱਲ੍ਹ ਲੱਗੀ ਸੀ, ਜਸਟਿਸ ਖਾਨਿਲ ਵਕਾਰ ਆਏਗੇ ਉਹਨਾਂ ਦੇ ਲੱਗੀ ਹੋਈ ਸੀ ਜੀ। ਲੇਕਿਨ ਕਪਲ ਸਿੱਬਲ ਜਿਹੜੇ ਜ਼ਕੀਆ ਜਾਫਰੀ ਦੇ ਵਕੀਲ ਹੈ ਉਹਨਾਂ ਨੇ ਇੱਕ ਐਪਲੀਕੇਸ਼ਨ ਦਿੱਤੀ ਸੀ ਕਰੋਨਾ ਦੀ ਵਜ੍ਹਾ ਦੇ ਕਾਰਨ ਚੱਲਦਿਆਂ, ਕਿਉਂਕਿ ਇਹ ਹੁਣ ਜਿਹੜੀ ਸੁਣਵਾਈ ਹੁੰਦੀ ਹੈ ਨਾ ਜੀ ਉਹ ਡਿਜੀਟਲ ਸਿਸਟਮ ਦੇ ਰਾਹੀਂ ਇਹ ਬੜਾ ਇੰਪੋਰਟੈਂਟ ਮਾਮਲਾ ਹੈ। ਇੰਪੋਰਟੈਂਟ ਮਾਮਲੇ ਦੇ ਉੱਤੇ ਤੁਸੀਂ ਜਿਹੜੀ ਹੈਗੀ ਜਿਹੜੀ ਤੁਹਾਡੀ ਫਿਜ਼ੀਕਲ ਸੁਣਵਾਈ ਜਿਹਨੀ ਤੁਸੀਂ ਆਮਣੇ ਸਾਹਮਣੇ ਪੇਸ਼ ਉਹ ਗੱਲ ਬਣਦੀ ਨਹੀਂ। ਅੱਛਾ, ਸ਼ਾਇਦ ਉਹਨੂੰ ਕੋਈ ਕੰਮ ਵੀ ਹੋਵੇ ਤੇ ਉਹਨੇ ਕਿਹਾ ਸੀ ਜੀ ਇਹ ਮਾਮਲੇ ਨੂੰ ਮੁਲਤਵੀ ਕਰ ਦਿਓ ਤੁਸੀਂ ਥੋੜ੍ਹੇ ਸਮੇਂ ਲਈ। ਹੁਣ ਮਾਣਯੋਗ ਅਦਾਲਤ ਨੇ ਇਸ ਜਿਹੜਾ ਹੈਗਾ ਮਾਮਲੇ ਨੂੰ 2 ਹਫ਼ਤਿਆਂ ਲਈ ਮੁਲਤਵੀ ਕੀਤਾ। 2 ਹਫ਼ਤਿਆਂ ਲਈ ਮੁਲਤਵੀ, 2 ਹਫ਼ਤਿਆਂ ਬਾਅਦ ਦੇਖਦੇ ਹਾਂ ਫਿਰ ਇਹ ਕੀ ਬਣਦਾ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ ਜੀ। ਫਿਲਹਾਲ ਇੱਕ ਬ੍ਰੇਕ ਦਾ ਸਮਾਂ ਤੇ ਫਿਰ ਜੁੜਦੇ ਹਾਂ ਤੁਹਾਡੇ ਨਾਲ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।